ਡਾਕਟਰ ਨਰਿੰਦਰ ਕਪੂਰ ਦੀ ਘਟਨਾਵਾਂ 'ਤੇ ਆਧਾਰਿਤ ਪੁਸਤਕ ਹੈ ਖਿੜਕੀਆਂ। ਡਾਕਟਰ ਨਰਿੰਦਰ ਸਿੰਘ ਕਪੂਰ ਦੀ ਪੁਸਤਕ ਖਿੜਕੀਆਂ। ਅਗਲੀ ਘਟਨਾ, ਅਧਖੜ ਉਮਰ ਦੀਆਂ ਨਿਸ਼ਾਨੀਆਂ। ਜਦੋਂ ਧੀਆਂ ਪੁੱਤਰ ਤੁਹਾਡੇ ਨਵੇਂ ਕੱਪੜੇ ਤੇ ਹੋਰ ਚੀਜ਼ਾਂ ਵਰਤਣ ਲੱਗ ਪੈਣ, ਜਦੋਂ ਤੁਸੀਂ ਆਪਣੇ ਚੰਗੇ ਸਸਤੇ ਜ਼ਮਾਨੇ ਦੀਆਂ ਗੱਲਾਂ ਸੁਣਾਉਣ ਲੱਗ ਜਾਓ, ਜਦੋਂ ਬਾਜ਼ਾਰ 'ਚ ਬੱਚੇ ਅੰਕਲ ਆਂਟੀ ਕਹਿਣ ਲੱਗ ਪੈਣ, ਜਦੋਂ ਨਵਾਂ ਸੰਗੀਤ ਰੌਲਾ ਪ੍ਰਤੀਤ ਹੋਣ ਲੱਗ ਪਏ, ਜਦੋਂ ਦਫ਼ਤਰ ਜਾਂ ਕੰਪਨੀ 'ਚ ਨਵੀਂ ਭਰਤੀ ਹੋਣ ਲੱਗ ਪਏ ਅਤੇ ਜਾਣੀਆਂ ਪਛਾਣੀਆਂ ਸੂਰਤਾਂ ਦੇ ਮੁਕਾਬਲੇ ਵਧੇਰੇ ਨਵੀਆਂ ਸ਼ਕਲਾਂ ਦਿਸਣ ਲੱਗ ਪੈਣ, ਜਦੋਂ ਗੱਲਬਾਤ ਕਰਦਿਆਂ ਪਤਾ ਲੱਗੇ ਕਿ ਨਵਾਂ ਕਰਮਚਾਰੀ ਉਸ ਸਾਲ ਜੰਮਿਆ ਸੀ ਜਿਸ ਸਾਲ ਤੁਸੀਂ ਨੌਕਰੀ ਆਰੰਭ ਕੀਤੀ ਸੀ, ਜਦੋਂ ਆਪਣੇ ਜਮਾਤੀਆਂ ਦੇ ਆਉਣ 'ਤੇ ਬੱਚੇ ਚਾਹੁਣ ਕਿ ਤੁਸੀਂ ਸੈਰ ਕਰ ਆਓ ਜਾਂ ਆਪਣੇ ਕਮਰੇ 'ਚ ਆਰਾਮ ਕਰੋ, ਜਦੋਂ ਕੋਈ ਆਪਣੀ ਬਿਮਾਰੀ ਨੂੰ ਵੇਰਵਿਆਂ ਨਾਲ ਦੱਸਣ ਲੱਗ ਪਏ, ਜਦੋਂ ਅਧਿਕ ਰੌਸ਼ਨੀ ਵਿੱਚ ਸ਼ੀਸ਼ੇ 'ਚ ਵੇਖਣਾ ਚੰਗਾ ਨਾ ਲੱਗੇ, ਜਦੋਂ ਤੁਸੀਂ ਮਹਿੰਗਾਈ ਦੀਆਂ ਗੱਲਾਂ ਕਰਦਿਆਂ ਹੀ ਦੱਸੋ ਕਿ ਤੁਹਾਡੇ ਜ਼ਮਾਨੇ 'ਚ ਜਿੰਨੇ ਦੀ ਪਾਰਟੀ ਹੋ ਜਾਂਦੀ ਸੀ ਉਨੇ ਦਾ ਤਾਂ ਹੁਣ ਇੱਕ ਸਮੋਸਾ ਵੀ ਨਹੀਂ ਆਉਂਦਾ, ਅਤੇ ਜਦੋਂ ਤੁਸੀਂ ਉਹਨਾਂ ਕੱਪੜਿਆਂ ਨੂੰ ਹਸਰਤ ਨਾਲ ਵੇਖਦੇ ਹੋ ਜਿਹੜੇ ਤੁਸੀਂ ਪਤਲੇ ਹੋਣ 'ਤੇ ਪਾਉਣੇ ਹਨ ਪਰ ਤੁਸੀਂ ਪਤਲੇ ਹੋ ਨਹੀਂ ਰਹੇ, ਜਦੋਂ ਜਨਮ ਦਿਨ ਚੰਗੇ ਨਹੀਂ ਲੱਗਦੇ ਕਿਉਂਕਿ ਉਮਰ ਦੱਸਣੀ ਪੈਂਦੀ ਹੈ, ਅਤੇ ਜਦੋਂ ਦੂਜੇ ਕਹਿੰਦੇ ਹਨ ਕਿ ਇਸ ਕਮੀਜ਼ ਨਾਲ ਤੁਸੀਂ 10 ਸਾਲ ਛੋਟੇ ਲੱਗਦੇ ਹੋ। ਜੇ ਜਾਣਨਾ ਚਾਹੁੰਦੇ ਹੋ ਕਿ ਤੁਸੀਂ ਕਿਹੋ ਜਿਹੇ ਲੱਗਦੇ ਹੋ ਤਾਂ ਸਕੂਲ ਦੇ ਆਪਣੇ ਕਿਸੇ ਜਮਾਤੀ ਨੂੰ ਮਿਲੋ, ਚਾਨਣਾ ਹੋ ਜਾਏਗਾ। ਨੈਕਸਟ, ਪਹਿਲਾਂ ਹੀ ਸਮਝਿਆ ਜਾਂਦਾ ਸੀ ਕਿ ਸੈਰ ਵੇਲੇ ਬੰਦੇ ਕਰਦੇ ਹਨ, ਫਿਰ ਇਹ ਸਮਝਿਆ ਗਿਆ ਕਿ ਸੈਰ ਕਰਨ ਵਾਲਿਆਂ ਨੂੰ ਨੀਂਦਰ ਨਹੀਂ ਆਉਂਦੀ, ਇਸ ਲਈ ਇਹ ਸਵੇਰੇ ਹਨੇਰੇ ਵਿੱਚ ਹੀ ਉੱਠ ਕੇ ਟੁਰਨ ਲੱਗ ਪੈਂਦੇ ਹਨ। ਫਿਰ ਇਹ ਦੱਸਿਆ ਗਿਆ ਕਿ ਸੈਰ ਕਰਨ ਵਾਲਾ ਜਾਂ ਤਾਂ ਸੇਵਾ ਮੁਕਤ ਹੋ ਗਿਆ ਹੋਏਗਾ ਜਾਂ ਫਿਰ ਉਹਨੂੰ ਉਹਦੀ ਪਤਨੀ ਤੰਗ ਕਰਦੀ ਹੋਏਗੀ। ਹੁਣ ਇਹ ਸਮਝਿਆ ਜਾਂਦਾ ਕਿ ਸੈਰ ਕਰਨ ਵਾਲਾ ਸ਼ੂਗਰ ਜਾਂ ਖੂਨ ਦੇ ਦਬਾਅ ਜਾਂ ਦਿਲ ਦਾ ਰੋਗੀ ਹੋਏਗਾ ਜਾਂ ਮੋਟਾਪੇ ਤੋਂ ਪਰੇਸ਼ਾਨ ਹੋਏਗਾ। ਵਾਸਤਵਿਕਤਾ ਇਹ ਹੈ ਕਿ ਸਾਰੇ ਸੈਰ ਨਾ ਕਰਨ ਵਾਲਿਆਂ ਦੇ ਬਹਾਨੇ ਹਨ। ਨੈਕਸਟ, ਇੱਕ ਯੋਗੀ ਪਹਾੜੀ 'ਤੇ ਸਾਧਨਾ ਕਰਨ ਗਿਆ। ਉਸ ਕੋਲ ਕੱਪੜਿਆਂ ਦਾ ਇੱਕੇ ਜੋੜਾ ਸੀ, ਉੱਪਰ ਠੰਡ ਸੀ। ਵਾਪਸ ਪਿੰਡ ਆਇਆ, ਕੰਬਲ ਲੈ ਗਿਆ। ਕੱਪੜਿਆਂ ਦਾ ਜੋੜਾ ਧੋ ਕੇ ਸੁੱਕਣਾ ਪਾਇਆ, ਵੇਖਿਆ ਚੂਹਾ ਕੁਤਰ ਰਿਹਾ ਸੀ। ਵਾਪਸ ਪਿੰਡ ਆਇਆ, ਇੱਕ ਬਿੱਲੀ ਲੈ ਆਇਆ। ਬਿੱਲੀ ਨੇ ਚੂਹਾ ਖਾ ਲਿਆ ਅਤੇ ਫਲ ਖਰਾਬ ਕਰਨ ਲੱਗ ਪਈ। ਵਾਪਸ ਪਿੰਡ ਆਇਆ, ਕੁੱਤਾ ਲੈ ਗਿਆ। ਕੁੱਤੇ ਨੇ ਬਿੱਲੀ ਭਜਾਤੀ ਪਰ ਦੁੱਧ ਨਾ ਹੋਣ ਕਰਕੇ ਕੁੱਤਾ ਭੁੱਖਾ ਰਹਿੰਦਾ ਸੀ। ਪਿੰਡ ਵਾਪਸ ਆਇਆ, ਇੱਕ ਗਊ ਲੈ ਗਿਆ। ਯੋਗੀ ਫਲ ਤਾਂ ਖਾਂਦਾ ਹੀ ਸੀ, ਗਊ ਦਾ ਦੁੱਧ ਪੀਣ ਲੱਗ ਪਿਆ ਅਤੇ ਉਹ ਤੰਦਰੁਸਤ ਅਤੇ ਸੋਹਣਾ ਪੁਰਸ਼ ਲੱਗਣ ਲੱਗ ਪਿਆ। ਇੱਕ ਇਸਤਰੀ ਆਪਣੀ ਗਵਾਚੀ ਬੱਕਰੀ ਦੀ ਭਾਲ 'ਚ ਉੱਧਰ ਆਈ। ਯੋਗੀ ਨੂੰ ਵੇਖਿਆ, ਦੋਹਾਂ ਦਾ ਆਪਸ 'ਚ ਪਿਆਰ ਹੋ ਗਿਆ। ਉਹ ਇਸਤਰੀ ਕਈ ਵਾਰ ਆਈ। ਯੋਗੀ ਦਾ ਹਾਲ ਵੇਖ ਕੇ ਉਹਨੇ ਕਿਹਾ, ਤੈਨੂੰ ਇੱਕ ਪਤਨੀ ਦੀ ਲੋੜ ਹੈ ਤੇਰੀ ਦੇਖਭਾਲ ਕਰਨ ਲਈ। 3 ਸਾਲ ਮਗਰੋਂ ਉਸ ਯੋਗੀ ਕੋਲ ਇੱਕ ਪਤਨੀ, 2 ਬੱਚੇ ਅਤੇ 3 ਗਊਆਂ ਸਨ। ਉਹਨੇ ਪਹਾੜੀ 'ਤੇ ਮੰਦਰ ਉਸਾਰ ਲਿਆ ਸੀ। ਸ਼ਰਧਾਲੂਆਂ ਦਾ ਚੜ੍ਹਾਵਾ ਹੋਣ ਲੱਗ ਪਿਆ ਸੀ। ਯੋਗੀ ਵਪਾਰੀ ਬਣ ਗਿਆ ਸੀ। ਅਸੀਂ ਸਾਰੇ ਯੋਗੀ ਬਣਨ ਦੇ ਯਤਨ 'ਚ ਕੁਝ ਹੋਰ ਹੀ ਬਣ ਜਾਂਦੇ ਹਾਂ। ਇਹ ਇੱਕ ਯੋਗੀ ਦੀ ਕਹਾਣੀ ਨਹੀਂ, ਇਹ ਹਰੇਕ ਵਿਅਕਤੀ ਦੀ ਕਹਾਣੀ ਹੈ। ਨੈਕਸਟ, ਉਦਾਸ ਹੋ, ਅਖਬਾਰ ਨਾ ਪੜ੍ਹੋ, ਖਬਰਾਂ ਹੋਰ ਉਦਾਸ ਕਰਨਗੀਆਂ। ਭੈੜੀਆਂ ਖਬਰਾਂ ਪੜ੍ਹੋਗੇ, ਦਿਲ ਕਹੇਗਾ ਕਾਸ਼ ਮੈਂ ਅਨਪੜ੍ਹ ਹੀ ਹੁੰਦਾ। ਕੁਝ ਉਹ ਪੜ੍ਹੋ ਜਿਹਦੇ ਅਰਥ ਸਦੀਵੀ ਹੋਣ। ਪੈਸੇ ਨਹੀਂ ਤਾਂ ਕਿਸੇ ਰਿਸ਼ਤੇਦਾਰ ਦੇ ਘਰ ਨਾ ਜਾਓ, ਉਹ ਸਮਝੇਗਾ ਪੈਸੇ ਮੰਗਣ ਆਏ ਹੋ, ਉਹ ਰੁੱਖਾ ਵਰਤਾਓ ਕਰੇਗਾ, ਹੋਰ ਉਦਾਸ ਹੋ ਜਾਓਗੇ। ਸਾਂਝੀਆਂ ਖੁੱਲ੍ਹੀਆਂ ਥਾਵਾਂ 'ਤੇ ਜਾਓ, ਵਹਿੰਦੇ ਪਾਣੀ ਦੇ ਕਿਨਾਰੇ ਬੈਠੋ, ਦਰੱਖਤ ਦੀ ਛਾਂ 'ਚ ਬੈਠੋ, ਮਨ ਸ਼ਾਂਤੀ ਮਹਿਸੂਸ ਕਰੇਗਾ। ਜੇ ਕੋਲ ਕੁਝ ਨਹੀਂ ਤਾਂ ਕਿਸੇ ਰਿਸ਼ਤੇਦਾਰ ਨੂੰ ਘਰ ਨਾ ਬੁਲਾਓ, ਉਹ ਬੁਲਾਉਣ 'ਤੇ ਵੀ ਨਹੀਂ ਆਏਗਾ, ਉਡੀਕ ਥਕਾ ਦੇਵੇਗੀ, ਤੁਸੀਂ ਹੋਰ ਉਦਾਸ ਹੋ ਜਾਓਗੇ। ਰਿਸ਼ਤੇਦਾਰਾਂ 'ਚ ਦੋਸ਼ ਨਾ ਕੱਢੋ, ਇਹ ਦੁਨੀਆ ਦਾ ਸੁਭਾਅ ਹੈ। ਦੁਨੀਆ ਚਲਦਿਆਂ ਨਾਲ ਚਲਦੀ ਹੈ, ਰੁਕਿਆਂ ਨਾਲ ਰੁਕਦੀ ਹੈ। ਜਿਨ੍ਹਾਂ ਕੋਲ ਪਹਿਲਾਂ ਹੀ ਬਹੁਤ ਹੁੰਦਾ ਉਹਨਾਂ ਨੂੰ ਭਰਦੀ ਹੈ, ਖਾਲੀਆਂ ਵੱਲ ਧਿਆਨ ਹੀ ਨਹੀਂ ਦਿੰਦੀ। ਜਿਵੇਂ ਰਿਸ਼ਤੇਦਾਰ ਕਰ ਰਹੇ ਹਨ ਅਸੀਂ ਵੀ ਉਵੇਂ ਹੀ ਕਰਦੇ ਰਹੇ ਹਾਂ। ਇਹ ਨਾ ਕਹੋ ਕੋਈ ਰਿਸ਼ਤੇਦਾਰ ਮਦਦ ਨਹੀਂ ਕਰਦਾ, ਅਸੀਂ ਕਿੰਨਿਆਂ ਦੀ ਕੀਤੀ ਹੈ। ਸ਼ਾਂਤ ਰਹੋ, ਸੰਜਮ ਵਰਤੋ, ਸਾਦਗੀ ਅਪਣਾਓ, ਚੁੱਪ ਰਹੋ, ਉਡੀਕ ਕਰੋ, ਗੁਆਚੇ ਦਿਨ ਮੁੜ ਆਉਣਗੇ, ਉਦਾਸੀ ਮੁੱਕ ਜਾਏਗੀ, ਪਤਝੜ ਬਹਾਰ ਬਣ ਜਾਏਗੀ, ਪਤਝੜ ਤੋਂ ਮਗਰੋਂ ਬਹਾਰ ਹੀ ਆਉਂਦੀ ਹੈ। ਨੈਕਸਟ,
ਇਹ ਨਾ ਪੁੱਛੋ ਕਿ ਇਵੇਂ ਕਿਉਂ ਹੁੰਦਾ ਹੈ, ਇਹ ਜਾਣੋ ਕਿ ਇਵੇਂ ਵੀ ਹੁੰਦਾ ਹੈ। ਜਦੋਂ ਵੀ ਹੱਥ ਕਿਸੇ ਚੀਜ਼, ਆਟੇ, ਤੇਲ, ਮਸਾਲੇ ਆਦਿ ਨਾਲ ਲਿਬੜੇ ਹੁੰਦੇ ਹਨ, ਉਸੇ ਵੇਲੇ ਚਿਹਰੇ 'ਤੇ ਕਿਸੇ ਥਾਂ ਖੁਰਕ ਕਰਨ ਦੀ ਲੋੜ ਪੈਂਦੀ ਹੈ। ਜਦੋਂ ਵੀ ਕੋਈ ਚੀਜ਼ ਡਿੱਗੇਗੀ ਤਾਂ ਰੁੜ ਕੇ ਉੱਥੇ ਜਾ ਪਹੁੰਚੇਗੀ ਜਿੱਥੋਂ ਜਾਂ ਤਾਂ ਦਿਸੇਗੀ ਨਹੀਂ, ਜਾਂ ਜਿੱਥੋਂ ਕੱਢਣੀ ਮੁਸ਼ਕਿਲ ਹੋਏਗੀ। ਜਿਹੜੀ ਗੱਡੀ ਬੱਸ ਤੁਸੀਂ ਫੜਨੀ ਹੋਏਗੀ ਉਹ ਨਹੀਂ ਆਏਗੀ, ਹੋਰ ਆਈ ਜਾਣਗੀਆਂ। ਜਦੋਂ ਉਡੀਕੀ ਜਾ ਰਹੀ ਬੱਸ ਗੱਡੀ ਆਏਗੀ ਤਾਂ ਸਵਾਰੀਆਂ ਇੰਨੀਆਂ ਹੋਣਗੀਆਂ ਕਿ ਤੁਸੀਂ ਰਹਿ ਜਾਓਗੇ। ਜੇ ਤੁਸੀਂ ਦੇਰ ਨਾਲ ਆਉਣ ਦਾ ਬਹਾਨਾ ਇਹ ਲਾਓਗੇ ਕਿ ਟਾਇਰ ਪੈਂਚਰ ਹੋ ਗਿਆ, ਅਗਲੀ ਸਵੇਰ ਵਾਕਿਆ ਹੀ ਪੈਂਚਰ ਹੋਇਆ ਹੋਏਗਾ। ਜਦੋਂ ਪੈਸੇ ਮੁੱਕਣਗੇ, ਨਾਲ ਹੀ ਸਕੂਟਰ, ਕਾਰ ਦਾ ਪੈਟਰੋਲ ਮੁੱਕ ਜਾਏਗਾ। ਜਦੋਂ ਘਰ 'ਚ ਚਾਹ ਪਾਣੀ ਆਦਿ ਨਾਲ ਖਾਣ ਲਈ ਸਭ ਕੁਝ ਮੁੱਕਿਆ ਹੋਏਗਾ, ਉਸੇ ਵੇਲੇ ਮਹੱਤਵਪੂਰਨ ਮਹਿਮਾਨ ਆ ਜਾਣਗੇ। ਜੇ ਕੋਈ ਤਰਲ ਪਦਾਰਥ ਡੁੱਲੇਗਾ ਤਾਂ ਆਪ ਮੁਹਾਰੇ ਤੁਹਾਡੀ ਸਭ ਤੋਂ ਕੀਮਤੀ ਚੀਜ਼ ਵੱਲ ਤੇਜ਼ੀ ਨਾਲ ਵਹਿਣ ਲੱਗ ਪਏਗਾ। ਜੇ ਦਰਜੀ ਨੂੰ ਕਈ ਕੱਪੜੇ ਦੇਵੋਗੇ ਤਾਂ ਉਹ ਕੱਪੜੇ ਖਰਾਬ ਕਰੇਗਾ ਜਿਹੜਾ ਤੁਹਾਨੂੰ ਸਭ ਤੋਂ ਵਧੇਰੇ ਪਸੰਦ ਹੋਏਗਾ। ਜਦੋਂ ਆਪਣੀ ਲੰਮੀ ਲਾਈਨ ਛੱਡ ਕੇ ਦੂਜੀ ਛੋਟੀ ਲਾਈਨ 'ਚ ਜਾਓਗੇ ਤਾਂ ਮਹਿਸੂਸ ਹੋਏਗਾ ਕਿ ਛੱਡੀ ਹੋਈ ਲਾਈਨ ਜਲਦੀ ਨਿਪਟਾਈ ਜਾ ਰਹੀ ਹੈ। ਜਦੋਂ ਵੀ ਧੀ ਪੁੱਤਰ ਦਾ ਰਿਸ਼ਤਾ ਕਰੋਗੇ ਤਾਂ ਕੁਝ ਦਿਨਾਂ ਮਗਰੋਂ ਹੀ ਸੋਚੋਗੇ ਕਿ ਜੇ ਥੋੜ੍ਹਾ ਚਿਰ ਹੋਰ ਉਡੀਕ ਲੈਂਦੇ ਤਾਂ ਰਿਸ਼ਤਾ ਹੋਰ ਚੰਗੀ ਜਗ੍ਹਾ ਹੋ ਜਾਣਾ ਸੀ। ਇਹ ਤੁਹਾਡੇ ਨਾਲ ਹੀ ਨਹੀਂ, ਇਹ ਹਰ ਕਿਸੇ ਨਾਲ ਵਾਪਰਦਾ ਹੈ। ਨੈਕਸਟ, ਕਈਆਂ ਨੂੰ ਉਚੇਰੀ ਵਿੱਦਿਆ ਦਾ ਅਵਸਰ ਨਹੀਂ ਮਿਲਦਾ, ਪਰ ਉਚੇਰੀ ਪੱਧਰ ਦਾ ਉਹ ਵਾਤਾਵਰਨ ਮਿਲ ਜਾਂਦਾ ਹੈ। ਵੇਖਿਆ ਗਿਆ ਕਿ ਜੇ ਕਿਸੇ ਸਕੂਲ ਕਾਲਜ 'ਚ ਕੋਈ ਅਨਪੜ੍ਹ ਲੱਗ ਜਾਏ ਤਾਂ 3-4 ਸਾਲਾਂ ਵਿੱਚ ਉਹ 10ਵੀਂ ਜਮਾਤ ਜਿੰਨਾ ਸੂਝਵਾਨ ਹੋ ਜਾਂਦਾ ਹੈ। ਸਾਡੇ ਕਾਲਜ ਵਰਗੇ ਸਕੂਲ ਵਿੱਚ ਇੱਕ ਮਾਲੀ ਚੌਕੀਦਾਰ ਦਾ ਵੀ ਕੰਮ ਕਰਦਾ ਸੀ ਅਤੇ ਉਹ ਪਰਿਵਾਰ ਸਮੇਤ ਸਕੂਲ 'ਚ ਹੀ ਰਹਿੰਦਾ ਸੀ। ਉਹਨੂੰ ਉਚੇਰੀ ਤੱਕ ਹੀ ਸਧਾਰਨ ਵਿੱਦਿਆ ਵੀ ਨਹੀਂ ਸੀ ਮਿਲੀ, ਪਰ ਸਕੂਲ 'ਚ ਰਹਿਣ ਕਾਰਨ ਉਚੇਰੀ ਪੱਧਰ ਦਾ ਵਾਤਾਵਰਨ ਮਿਲ ਗਿਆ ਸੀ। ਆਪ ਉਹ ਅਨਪੜ੍ਹ ਸੀ, ਪਰ ਸਕੂਲ ਦੇ ਉਸਾਰੂ ਵਾਤਾਵਰਨ ਕਰਕੇ ਉਹਦੀ ਇਕਲੌਤੀ ਧੀ ਡਾਕਟਰ ਬਣ ਗਈ ਸੀ। ਨੈਕਸਟ, ਮੈਂ ਆਪਣੇ ਵਿਦਿਆਰਥੀਆਂ ਨੂੰ ਸਮਝਾਉਂਦਾ ਕਿ ਆਪਣੀ ਗੱਲ ਕਿਵੇਂ ਮਨਵਾਉਣੀ ਹੈ। ਮੈਂ ਦੱਸ ਰਿਹਾ ਸਾਂ ਕਿ ਇੱਕ ਐਤਵਾਰ ਦੀ ਸਵੇਰ ਨੂੰ ਸਾਡੇ ਮੁਹੱਲੇ 'ਚ 7 ਸਾਧੂ ਆ ਗਏ। ਉਹਨਾਂ ਦੇ ਗਾਉਣ ਦੀ ਆਵਾਜ਼ ਨਾਲ ਮੈਂ ਜਾਗ ਪਿਆ। ਉਹਨਾਂ ਲਈ ਮੈਂ ਆਪਣੇ ਬੇਟੇ ਰਾਹੀਂ 10 ਰੁਪਏ ਭੇਜੇ। ਸਾਧੂਆਂ ਨੇ ਬੇਟੇ ਨੂੰ ਪੁੱਛਿਆ, ਇਹ ਤੂੰ ਆਪਣੇ ਕੋਲੋਂ ਦੇ ਰਿਹਾ ਜਾਂ ਪਿਤਾ ਨੇ ਭੇਜੇ ਨੇ? ਅਸੀਂ ਤੇਰੇ ਤੋਂ ਨਹੀਂ ਲੈਣੇ, ਤੇਰੇ ਪਿਤਾ ਤੋਂ ਹੀ ਲਵਾਂਗੇ। ਮੈਨੂੰ ਉਹਨਾਂ ਦੇ ਵਿਹਾਰ 'ਤੇ ਹੈਰਾਨੀ ਹੋਈ, ਕਿਉਂਕਿ ਭਾਵੇਂ ਉਹ ਅਨਪੜ੍ਹ ਸਨ, ਪਰ ਉਹਨਾਂ ਵਿੱਚ ਆਪਣੀ ਗੱਲ ਮਨਵਾਉਣ ਦਾ ਸਵੈ ਵਿਸ਼ਵਾਸ ਸੀ। ਮੈਨੂੰ ਥੱਲੇ ਜਾਣਾ ਪਿਆ। ਉਹ ਬੈਠੇ ਸਨ ਜਿਵੇਂ ਧਰਨਾ ਮਾਰਿਆ ਹੋਵੇ। ਕਹਿਣ ਲੱਗੇ, ਸਾਨੂੰ ਪੈਸੇ ਨਹੀਂ ਚਾਹੀਦੇ, ਸਾਡੀ ਇੱਛਾ ਪੂਰੀ ਕਰੋ। ਤੁਸੀਂ ਸਾਡੀ ਇੱਛਾ ਪੂਰੀ ਕਰ ਸਕਦੇ ਹੋ, ਜੇ ਪੂਰੀ ਕਰਨ ਦਾ ਵਾਅਦਾ ਕਰੋਗੇ ਤਾਂ ਦੱਸਾਂਗੇ। ਮੈਂ ਪੁੱਛਿਆ, ਕੀ ਇੱਛਾ ਹੈ? ਕਹਿਣ ਲੱਗੇ, ਪਹਿਲਾਂ ਕਹੋ, ਪੂਰੀ ਕਰਾਂਗੇ। ਤੁਹਾਡੇ ਕੋਲ ਪੂਰੀ ਕਰਨ ਦੀ ਸ਼ਕਤੀ ਹੈ, ਭਗਵਾਨ ਨੇ ਤੁਹਾਨੂੰ ਸ਼ਕਤੀ ਦਿੱਤੀ ਹੈ। ਮੈਨੂੰ ਲੱਗਿਆ ਉਹ ਮੈਨੂੰ ਕਾਬੂ ਕਰੀ ਜਾ ਰਹੇ ਸਨ। ਮੈਂ ਕਿਹਾ, ਪਹਿਲਾਂ ਦੱਸੋ ਕੀ ਇੱਛਾ ਹੈ? ਉਹਨਾਂ ਦੇ ਆਗੂ ਨੇ ਕਿਹਾ, ਸਾਨੂੰ ਪ੍ਰਯਾਗ ਦੀ ਤੀਰਥ ਯਾਤਰਾ 'ਤੇ ਭੇਜੋ, ਸਾਡਾ ਖਰਚਾ ਤੁਸੀਂ ਕਰੋ। ਮੈਨੂੰ 15 ਸਾਲ ਨੌਕਰੀ ਕਰਕੇ ਵੀ ਮਾਲਕਾਂ ਨੂੰ 100 ਰੁਪਇਆ ਤਨਖਾਹ ਵਧਾਉਣ ਵਾਸਤੇ ਕਹਿਣ ਦਾ ਹੌਸਲਾ ਨਹੀਂ ਸੀ ਪਿਆ। ਪਰ ਮੈਂ ਹੈਰਾਨ ਸਾਂ ਕਿ ਕਿਵੇਂ ਬੰਦਾ ਜਿਹਨੇ ਮੈਨੂੰ ਸੁੱਤੇ ਨੂੰ ਜਗਾਇਆ, ਪਜਾਮੇ 'ਚ ਨੰਗੇ ਪੈਰੀਂ 3 ਮੰਜ਼ਲਾਂ ਪੌੜੀਆਂ ਉਤਰਵਾਇਆ ਅਤੇ ਹੁਕਮ ਦੇਣ ਵਾਂਗ ਕਹਿ ਰਿਹਾ ਕਿ 7 ਬੰਦਿਆਂ ਨੂੰ ਪ੍ਰਯਾਗ ਭੇਜੋ। ਮੈਂ ਮਨ 'ਚ ਸੋਚਿਆ, ਇਹਦੀ ਹਿੰਮਤ ਤਾਂ ਵੇਖੋ। ਮੈਂ ਪੁੱਛਿਆ, ਕਿੰਨਾ ਖਰਚਾ ਆਏਗਾ? ਉਹਨੇ ਕਿਹਾ, ਸਾਰੇ 700 ਰੁਪਏ ਲੱਗਣਗੇ। ਸਵੇਰ ਦੇ 7 ਵਜੇ ਸਨ। ਉਹ 7 ਬੰਦਿਆਂ ਲਈ 700 ਰੁਪਏ ਦੇਣ ਲਈ ਕਹਿ ਰਿਹਾ ਸੀ। ਮੈਂ ਕਿਹਾ, 7 ਦਾ ਨਹੀਂ, 1 ਦਾ ਖਰਚਾ ਦੇਵਾਂਗਾ। ਉਹਨੇ ਕਿਹਾ, ਸਾਨੂੰ ਨਖੇੜੋ ਨਾ, ਸਾਡੇ ਕੋਲ 4 ਦਾ ਖਰਚਾ ਹੈ, 3 ਦਾ ਦੇ ਦਿਓ। ਮੈਂ ਕਿਹਾ, 100 ਰੁਪਏ ਦੇਵਾਂਗਾ, ਜੋ ਮਰਜ਼ੀ ਕਰੋ, ਮੈਂ 100 ਤੋਂ ਵੱਧ ਨਹੀਂ ਦੇਣੇ। ਉਹ ਸਮਝ ਰਿਹਾ ਸੀ ਕਿ 100 ਤਾਂ ਉਹਦੀ ਜੇਬ 'ਚ ਹਨ। ਉਹ ਬਿਨਾਂ ਕਿਸੇ ਝਿਜਕ ਦੇ ਪੂਰੇ ਵਿਸ਼ਵਾਸ ਨਾਲ 300 ਦੇਣ ਲਈ ਕਹਿ ਰਿਹਾ ਸੀ, ਜਿਵੇਂ ਮੈਂ ਉਹਦਾ ਉਧਾਰ ਦੇਣਾ ਹੋਵੇ। ਉਹਨੇ ਕਿਹਾ, 100 ਅਸੀਂ ਨਹੀਂ ਲੈਣਾ, ਜਿੰਨਾ ਵੱਧ ਤੋਂ ਵੱਧ ਦੇ ਸਕਦੇ ਹੋ। 100 ਅਸੀਂ ਨਹੀਂ ਲੈਣਾ, ਜਿੰਨਾ ਵੱਧ ਤੋਂ ਵੱਧ ਦੇ ਸਕਦੇ ਹੋ ਦੇ ਦਿਓ। ਅਸੀਂ ਇਸ ਦਰ ਤੋਂ ਖੁਸ਼ ਹੋ ਕੇ ਜਾਣਾ ਚਾਹੁੰਦੇ ਹਾਂ। ਅਖੀਰ 'ਤੇ ਮੈਂ ਅੰਦਰ ਜਾ ਕੇ 150 ਰੁਪਏ ਉਹਨਾਂ ਤੋਂ ਇਹ ਸਬਕ ਸਿੱਖਣ ਦੇ ਦਿੱਤੇ ਕਿ ਆਪਣੀ ਗੱਲ ਕਿਵੇਂ ਮਨਵਾਈ ਦੀ ਹੈ। ਅਗਲੇ ਦਿਨ ਗੁਆਂਢੀ ਨੇ ਪੁੱਛਿਆ, ਕੱਲ੍ਹ 8 ਸਾਧੂ ਤੇਰੇ ਘਰ ਬਾਹਰ ਕੀ ਕਰ ਰਹੇ ਸੀ? ਮੈਂ ਕਿਹਾ, ਸਾਧੂ ਤਾਂ ਇੱਕ ਹੀ ਸੀ, 7 ਆਦਮੀਆਂ ਨੇ ਉਹਨੂੰ ਘੇਰਿਆ ਹੋਇਆ ਸੀ। ਧੰਨਵਾਦ। ਨੈਕਸਟ, ਜੋ ਰਿਸ਼ਤਾ ਦਰਖਤ ਦਾ ਟਾਹਣੀ ਨਾਲ, ਟਾਹਣੀ ਦਾ ਬਾਂਦਰ ਨਾਲ, ਰੋਟੀ ਦਾ ਪਲੇਟ ਨਾਲ, ਸ਼ੇਰਾਂ ਦਾ ਉਛਾਲ ਨਾਲ,
ਵਪਾਰ ਦਾ ਮੰਦੇ ਨਾਲ, ਸੁੱਕੀ ਲੱਕੜੀ ਦਾ ਟਾਲ ਨਾਲ, ਮਰੀਜ਼ ਦਾ ਹਸਪਤਾਲ ਨਾਲ, ਜਵਾਬ ਦਾ ਸਵਾਲ ਨਾਲ, ਔਰਤ ਦਾ ਸ਼ਿੰਗਾਰ ਨਾਲ, ਪੁਰਸ਼ ਦਾ ਰੁਜ਼ਗਾਰ ਨਾਲ, ਲੰਗਰ ਦਾ ਦਾਲ ਨਾਲ, ਵਿਆਹ ਦਾ ਤਲਾਕ ਨਾਲ, ਕਰਮਚਾਰੀਆਂ ਦਾ ਹੜਤਾਲ ਨਾਲ, ਦੁਕਾਨਦਾਰ ਦਾ ਲਾਭ ਨਾਲ, ਵਿਦਿਆਰਥੀ ਦਾ ਪ੍ਰੀਖਿਆ ਨਾਲ, ਯਾਤਰੀ ਦਾ ਨੈਨੀਤਾਲ ਨਾਲ, ਆਗਰੇ ਦਾ ਤਾਜ ਨਾਲ, ਸ਼ੈਂਪੂ ਦਾ ਵਾਲ ਨਾਲ, ਫੁੱਟਬਾਲ ਦਾ ਬੰਗਾਲ ਨਾਲ, ਲਾਇਬ੍ਰੇਰੀ ਦਾ ਕਿਤਾਬ ਨਾਲ, ਹੋਲੀ ਦਾ ਗੁਲਾਲ ਨਾਲ, ਮੋਬਾਈਲ ਦਾ ਕਾਲ ਨਾਲ ਹੁੰਦਾ ਹੈ। ਉਹੀ ਰਿਸ਼ਤਾ ਪੁਰਸ਼ ਦਾ ਇਸਤਰੀ ਨਾਲ ਹੁੰਦਾ ਹੈ। ਧੰਨਵਾਦ। ਨੈਕਸਟ। ਸਾਡੇ ਜ਼ਮਾਨੇ 'ਚ ਅਧਿਆਪਕ ਦੇ ਹੱਥ ਵਿੱਚ ਕਿਤਾਬ ਹੋਵੇ ਨਾ ਹੋਵੇ, ਡੰਡਾ ਜ਼ਰੂਰ ਹੁੰਦਾ ਸੀ। ਸਾਡੇ ਹੈਡਮਾਸਟਰ ਸਾਹਿਬ ਜਦੋਂ ਬਾਹਰ ਜਾਂਦੇ ਸਨ ਤਾਂ ਵੀ ਡੰਡਾ ਲੈ ਕੇ ਜਾਂਦੇ ਸਨ, ਕਿਉਂਕਿ ਬਹੁਤੇ ਦੁਕਾਨਦਾਰ ਜਾਂ ਦੁਕਾਨਦਾਰਾਂ ਦੇ ਪੁੱਤਰ ਉਹਨਾਂ ਦੇ ਰਹਿ ਚੁੱਕੇ ਵਿਦਿਆਰਥੀ ਹੁੰਦੇ ਸਨ। ਸਕੂਲ ਵਿੱਚ ਵੀ ਅਸੀਂ ਡੰਡਾ ਜਾਂ ਡੰਡੇ ਦਾ ਸਿਰਾ ਵੇਖ ਕੇ ਅਰਮਾਨ ਲਾ ਲੈਂਦੇ ਸਾਂ ਕਿ ਹੈਡਮਾਸਟਰ ਸਾਹਿਬ ਵੀ ਕਿਧਰੇ ਨੇੜੇ ਹੀ ਹੋਣਗੇ। ਸਾਨੂੰ ਜਦੋਂ ਡੰਡੇ ਪੈਂਦੇ ਸਨ ਤਾਂ ਅਸੀਂ ਡੰਡੇ ਦਾ ਪ੍ਰਭਾਵ ਗ੍ਰਹਿਣ ਕਰਨ ਦਾ ਕਦੀ ਵਿਰੋਧ ਨਹੀਂ ਸੀ ਕਰਦੇ। ਅਸੀਂ ਭਾਣਾ ਮੰਨ ਕੇ ਡੰਡੇ ਖਾਂਦੇ ਸੀ, ਕਿਉਂਕਿ ਸਾਨੂੰ ਵਿਸ਼ਵਾਸ ਸੀ ਕਿ ਡੰਡੇ ਜ਼ਿੰਦਗੀ 'ਚ ਬੜੇ ਕੰਮ ਆਉਣਗੇ। ਕਈ ਵਾਰ ਜਦੋਂ ਬਿਨਾਂ ਕਾਰਨ ਹੀ ਡੰਡੇ ਪੈ ਜਾਂਦੇ ਸਨ ਤਾਂ ਅਸੀਂ ਡੰਡੇ ਖਾ ਕੇ ਭਾਣਾ ਮੰਨਦੇ ਸਾਂ। ਡੰਡੇ ਖਾਣਾ ਸਾਡੇ ਸਿਲੇਬਸ ਦਾ ਭਾਗ ਪ੍ਰਤੀਤ ਹੁੰਦਾ ਸੀ। ਰੋਜ਼ ਡੰਡੇ ਪੈਂਦੇ ਸਨ। ਜਿਸ ਦਿਨ ਨਹੀਂ ਪੈਂਦੇ ਸਨ ਉਸ ਦਿਨ ਸਾਡਾ ਸਰੀਰ ਹੀ ਨਹੀਂ ਸੀ ਖੁੱਲ੍ਹਦਾ। ਉਦੋਂ ਮਹਿੰਗੇ ਸਕੂਲਾਂ ਵਿੱਚ ਡੰਡੇ ਦੀ ਥਾਂ ਫੁੱਟਾ ਵਰਤਿਆ ਜਾਂਦਾ ਸੀ, ਪਰ ਜੋ ਤਸੱਲੀ ਡੰਡੇ ਨਾਲ ਮਿਲਦੀ ਸੀ ਉਹ ਫੁੱਟੇ ਨਾਲ ਸੰਭਵ ਨਹੀਂ ਸੀ। ਉਦੋਂ ਦੰਡ ਦੇਣ ਲਈ ਕੇਵਲ ਡੰਡਾ ਵਰਤਿਆ ਜਾਂਦਾ ਸੀ। ਪਰ ਅਜੋਕੇ ਦੌਰ 'ਚ ਸਕੂਲਾਂ ਦੇ ਵਿਦਿਆਰਥੀਆਂ ਨੂੰ ਭਾਰੇ ਬਸਤਿਆਂ, ਲੰਮੇ ਸਿਲੇਬਸਾਂ, ਮੁਸ਼ਕਿਲ ਦਾਖਲਿਆਂ, ਸਵੇਰੇ ਸ਼ਾਮ ਟਿਊਸ਼ਨਾਂ ਤੇ ਨਿੱਤ ਦਿਨ ਪ੍ਰੀਖਿਆਵਾਂ ਨਾਲ ਕੋਇਆ ਜਾਂਦਾ ਹੈ। ਅਜੋਕੇ ਸਮਿਆਂ ਦੇ ਮੁਕਾਬਲੇ ਸਾਡਾ ਜ਼ਮਾਨਾ ਤਾਂ ਸਤਯੁਗ ਸੀ। ਨੈਕਸਟ। ਇੱਕ ਗਰੀਬ ਆਦਮੀ ਸਬਜ਼ੀ ਵੇਚਦਾ ਸੀ। ਹਰ ਰੋਜ਼ ਕੋਈ ਇੱਕ ਸਬਜ਼ੀ ਦਾਨ ਕਰਿਆ ਕਰਦਾ ਸੀ। ਲੋਕ ਅਸੀਸਾਂ ਦਿੰਦੇ ਸਨ, ਤੇਰਾ ਭਲਾ ਹੋਏਗਾ। ਲੋਕਾਂ ਦੀਆਂ ਅਸੀਸਾਂ ਨਾਲ ਉਹ ਅਗਲੇ ਜਨਮ 'ਚ ਰਾਜਾ ਬਣ ਗਿਆ। ਉਹਨੂੰ ਯਾਦ ਸੀ ਕਿ ਪਿਛਲੇ ਜਨਮ ਵਿੱਚ ਸਬਜ਼ੀ ਦਾਨ ਦਿਆ ਕਰਦਾ ਸੀ। ਉਹਨੇ ਇੱਕ ਸਬਜ਼ੀ ਦਾ ਦਾਨ ਜਾਰੀ ਰੱਖਿਆ। ਉਹ ਤੋਂ ਅਗਲੇ ਜਨਮ 'ਚ ਭਿਖਾਰੀ ਬਣਿਆ। ਉਹਨੇ ਰੱਬ ਨੂੰ ਬੇਨਤੀ ਕਰਕੇ ਪੁੱਛਿਆ, ਇਹ ਕਿਉਂ? ਉੱਤਰ ਮਿਲਿਆ, ਪਿਛਲੇ ਤੋਂ ਪਿਛਲੇ ਜਨਮ ਤੂੰ ਗਰੀਬ ਸੀ। ਇੱਕ ਸਬਜ਼ੀ ਦਾ ਦਾਨ ਬੜਾ ਵੱਡਾ ਦਾਨ ਸੀ। ਫਿਰ ਤੂੰ ਰਾਜਾ ਬਣਿਆ। ਰਾਜਾ ਹੋ ਕੇ ਇੱਕ ਸਬਜ਼ੀ ਦਾ ਦਾਨ ਤੁੱਛ ਦਾਨ ਸੀ। ਦਾਨ ਤਾਂ ਹੀ ਦਾਨ ਹੈ ਜੇ ਉਹ ਦਾਨ ਦੇਣ ਵਾਲੇ ਦੀ ਔਕਾਤ ਅਨੁਸਾਰ ਹੋਵੇ। ਧੰਨਵਾਦ। ਨੈਕਸਟ। ਖੁਸ਼ਹਾਲ ਲੋਕ ਭਾਵੇਂ ਗਰੀਬ ਹੋ ਜਾਣ, ਪਰ ਉਹਨਾਂ ਦੇ ਵਿਹਾਰ ਵਿੱਚੋਂ ਖੁਸ਼ਹਾਲੀ ਝਲਕਦੀ ਰਹਿੰਦੀ ਹੈ। ਜਦੋਂ ਯੂਰਪ ਵਿੱਚ ਪਿਛਲੀ ਸਦੀ ਦੇ ਤੀਜੇ ਦਹਾਕੇ 'ਚ ਗੰਭੀਰ ਮੰਦਵਾੜਾ ਪਿਆ ਤਾਂ ਸਰਕਾਰਾਂ ਨੇ ਗਰੀਬ ਲੋਕਾਂ ਦੀ ਮਦਦ ਕਰਨ ਦੇ ਉਪਰਾਲੇ ਕੀਤੇ ਸਨ। ਇੱਕ ਗਰੀਬੜੇ ਇਲਾਕੇ 'ਚ ਇੱਕ ਪ੍ਰਸਿੱਧ ਪੱਤਰਕਾਰ ਝੁੱਗੀ 'ਚ ਰਹਿਣ ਵਾਲੀ ਇੱਕ ਇਸਤਰੀ ਕੋਲ ਚਲਾ ਗਿਆ। ਉਹਦੀ ਝੁੱਗੀ 'ਚ ਥਾਂ-ਥਾਂ ਮੋਰੀਆਂ ਸਨ ਜਿੱਥੇ ਉਹਨੇ ਅਖਬਾਰਾਂ ਫਸਾਈਆਂ ਹੋਈਆਂ ਸਨ। ਪੱਤਰਕਾਰ ਨੇ ਪੁੱਛਿਆ, ਜੇ ਸਰਕਾਰ ਤੁਹਾਨੂੰ $100 ਦੇਵੇ ਤਾਂ ਤੁਸੀਂ ਕੀ ਕਰੋਗੇ? ਇਸਤਰੀ ਨੇ ਕਿਹਾ, ਕਿਸੇ ਉਸ ਨੂੰ ਦਿਆਂਗੇ ਜਿਸ ਕੋਲ ਝੁੱਗੀ ਵੀ ਨਹੀਂ ਹੈ। ਧੰਨਵਾਦ। ਨੈਕਸਟ। ਆਪਣੀ ਫੋਟੋ ਵੇਖ ਕੇ ਅਸੀਂ ਸੰਤੁਸ਼ਟ ਨਹੀਂ ਹੁੰਦੇ। ਜਿਹੜੀ ਫੋਟੋ ਨਾਲ ਅਸੀਂ ਕੁਝ ਸੰਤੁਸ਼ਟ ਹੁੰਦੇ ਹਾਂ, ਉਸ ਫੋਟੋ ਨੂੰ ਅਸੀਂ ਕਈ ਸਾਲ ਵਰਤਦੇ ਹਾਂ। ਅਸੀਂ ਕਿਸੇ ਨੂੰ ਉਹੀ ਫੋਟੋ ਭੇਜਦੇ ਹਾਂ ਜਿਸ ਵਿੱਚ ਅਸੀਂ ਅਸਲੀਅਤ ਨਾਲੋਂ ਵਧੇਰੇ ਸੋਹਣੇ ਲੱਗਦੇ ਹਾਂ। ਜੇ ਕਿਸੇ ਦੀ ਭੇਜੀ ਫੋਟੋ ਵਿੱਚ ਕੋਈ ਸੁੰਦਰ ਨਹੀਂ ਲੱਗਦਾ ਤਾਂ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਉਹ ਅਸਲ 'ਚ ਕਿੰਨਾ ਕੋਝਾ ਲੱਗਦਾ ਹੋਵੇਗਾ। ਆਪਣੀ ਫੋਟੋ ਵੇਖ ਕੇ ਹਰ ਕੋਈ ਸੋਚਦਾ ਹੈ ਕਿ ਇਹ ਹੈ ਤਾਂ ਮੇਰੀ, ਪਰ ਇਹ ਹੋਰ ਚੰਗੀ ਹੋਣੀ ਚਾਹੀਦੀ ਸੀ। ਇਵੇਂ ਹੀ ਅਸੀਂ ਦੋਸ਼ ਫੋਟੋਗ੍ਰਾਫਰ ਨੂੰ ਦਿੰਦੇ ਹਾਂ ਜਾਂ ਫੋਟੋ ਖਿਚਵਾਉਣ ਵੇਲੇ ਆਪਣੇ ਬੇਧਿਆਨੇ ਹੋਣ ਨੂੰ ਦਿੰਦੇ ਹਾਂ। ਆਪਣੀ ਸ਼ਕਲ ਨੂੰ ਕੋਈ ਨਹੀਂ ਕੋਸਦਾ। ਕੋਸਿਆ ਫੋਟੋਗ੍ਰਾਫਰ ਨੂੰ ਜਾਂ ਕੈਮਰੇ ਜਾਂ ਬਿਜਲੀ ਦੀ ਰੌਸ਼ਨੀ ਨੂੰ ਜਾਂਦਾ। ਜਿਹੜੇ ਆਪਣੇ ਘਰਾਂ 'ਚ ਆਪਣੀਆਂ ਵੱਡੇ ਆਕਾਰ ਦੀਆਂ ਫੋਟੋਆਂ ਲਾਉਂਦੇ ਹਨ, ਉਹ ਚਾਹੁੰਦੇ ਹਨ ਕਿ ਤੁਸੀਂ ਉਹਨਾਂ ਫੋਟੋਆਂ ਦੀ ਪ੍ਰਸ਼ੰਸਾ ਕਰੋ। ਨਹੀਂ ਕਰੋਗੇ ਤਾਂ ਤੁਹਾਨੂੰ ਆਪਣਾ ਸ਼ੁਭ ਚਿੰਤਕ ਨਹੀਂ ਸਮਝਣਗੇ। ਅਜੋਕੇ ਯੁੱਗ 'ਚ ਫੋਟੋਗ੍ਰਾਫੀ ਨੇ ਹਰ ਕਿਸੇ ਨੂੰ ਕੋਝੇ ਹੋਣ ਦੀ ਸੋਝੀ ਕਰਵਾਈ ਹੈ ਤੇ ਸੋਹਣੇ ਹੋਣ ਦਾ ਭਰਮ ਸਿਰਜਿਆ ਹੈ। ਇਸੇ ਕਰਕੇ ਸ਼ਿੰਗਾਰ ਦਾ ਸਮਾਨ ਵਿਕਦਾ ਹੈ। ਇਵੇਂ ਫੋਟੋਗ੍ਰਾਫੀ ਰਾਹੀਂ ਮਨੁੱਖ ਯਥਾਰਥ ਅਤੇ ਸੁਪਨੇ ਦੀ ਪੀਂਘ ਝੂਟਦਾ ਹੈ। ਨੈਕਸਟ। ਇੱਕ ਪੰਛੀ ਤੇ ਇੱਕ ਮੱਛੀ ਦਾ ਪਿਆਰ ਹੋ ਗਿਆ। ਪੰਛੀ ਨਿਰਾਸ਼ਾਵਾਦੀ ਸੀ, ਮੱਛੀ ਆਸ਼ਾਵਾਦੀ ਸੀ। ਨਿਰਾਸ਼ਾਵਾਦੀ ਪੁਰਸ਼ ਹੀ ਹੁੰਦੇ ਹਨ। ਇਸਤਰੀਆਂ ਅਕਸਰ ਆਸ਼ਾਵਾਦੀ ਹੁੰਦੀਆਂ ਹਨ। ਪੰਛੀ ਨੇ ਕਿਹਾ, ਬੜੇ ਦੁੱਖ ਦੀ ਗੱਲ ਹੈ, ਪਤਾ ਨਹੀਂ ਸਾਡੇ ਨਾਲ
ਇਹ ਅਨਿਆਂ ਕਿਉਂ ਹੋਇਆ? ਅਸੀਂ ਇਕੱਠੇ ਨਹੀਂ ਰਹਿ ਸਕਦੇ। ਮੈਂ ਸਮੁੰਦਰ 'ਚ ਨਹੀਂ ਰਹਿ ਸਕਦਾ, ਤੂੰ ਅਸਮਾਨ 'ਚ ਨਹੀਂ ਆ ਸਕਦੀ। ਮੱਛੀ ਨੇ ਕਿਹਾ, ਇਸ ਨਿਰਾਸ਼ਤਾ ਵਿੱਚ ਵੀ ਆਸ ਹੈ। ਇਵੇਂ ਸਾਡੇ 'ਚ ਹਮੇਸ਼ਾ ਪਿਆਰ ਰਹੇਗਾ, ਕਿਉਂਕਿ ਨਿਰੰਤਰ ਵਿਛੜੇ ਰਹਿਣ ਕਰਕੇ ਸਾਡੇ ਵਿਚਕਾਰ ਮਿਲਣ ਦੀ ਤਾਂਘ ਕਦੇ ਨਹੀਂ ਮਰੇਗੀ। ਨੈਕਸਟ, ਦੂਜੇ ਵਿਸ਼ਵ ਯੁੱਧ ਦੌਰਾਨ ਜਿਸ ਦੇਸ਼ ਤੋਂ ਇੰਗਲੈਂਡ ਨੂੰ ਅੰਡਿਆਂ ਦੀ ਸਪਲਾਈ ਆਉਂਦੀ ਸੀ, ਉਸ 'ਤੇ ਜਰਮਨੀ ਦਾ ਕਬਜ਼ਾ ਹੋਣ ਨਾਲ ਸਪਲਾਈ ਬੰਦ ਹੋ ਗਈ ਸੀ। ਜਰਮਨੀ ਇੰਗਲੈਂਡ ਉੱਤੇ ਵੀ ਹਮਲੇ ਕਰ ਰਿਹਾ ਸੀ, ਸੋ ਸਥਿਤੀ ਅਜਿਹੀ ਸੀ ਕਿ ਕਿਸੇ ਹੋਰ ਦੇਸ਼ ਤੋਂ ਬਦਲਵੇਂ ਪ੍ਰਬੰਧ ਕਰਨੇ ਵੀ ਸੰਭਵ ਨਹੀਂ ਸਨ। ਇੰਗਲੈਂਡ ਦੀ ਸਰਕਾਰ ਨੇ ਐਲਾਨ ਕੀਤਾ ਕਿ ਅੰਡੇ ਕੇਵਲ ਗਰਭਵਤੀ ਇਸਤਰੀਆਂ ਤੇ ਹਸਪਤਾਲ 'ਚ ਦਾਖਲ ਮਰੀਜ਼ਾਂ ਨੂੰ ਦਿੱਤੇ ਜਾਣਗੇ। ਹੋਰਾਂ ਲਈ ਅੰਡੇ ਖਰੀਦਣੇ ਮਨ੍ਹਾ ਹਨ। ਦੇਸ਼ ਵਾਸੀ ਯੁੱਧ ਕਾਰਨ ਸਰਕਾਰ ਦੀ ਦਿਲ ਜਾਨ ਨਾਲ ਹਿਮਾਇਤ ਕਰ ਰਹੇ ਸਨ ਤੇ ਪੂਰਾ ਸਹਿਯੋਗ ਦੇ ਰਹੇ ਸਨ। ਅੰਡਿਆਂ ਸੰਬੰਧੀ ਹੁਕਮ ਸੁਣ ਕੇ ਆਪਣੇ ਘਰਾਂ 'ਚ ਪਏ ਅੰਡੇ ਹਸਪਤਾਲਾਂ ਨੂੰ ਭੇਟ ਕਰਨ ਲਈ ਅਗਲੇ ਦਿਨ ਲੋਕਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਸਨ। ਨੈਕਸਟ, ਇੱਕ ਵਿਅਕਤੀ ਰੋਜ਼ ਵੇਖਦਾ ਸੀ ਕਿ ਲੂੰਬੜ ਭੇਡ ਖਾਂਦਾ ਸੀ। ਇੱਕ ਦਿਨ ਲੁੱਕ ਕੇ ਵੇਖਣ ਲੱਗਾ ਕਿ ਲੂੰਬੜ ਭੇਡ ਕਿੱਥੋਂ ਪ੍ਰਾਪਤ ਕਰਦਾ ਸੀ। ਉਹਨੇ ਇੱਕ ਸ਼ੇਰ ਆਉਂਦਾ ਵੇਖਿਆ। ਸ਼ੇਰ ਨੇ ਇੱਕ ਭੇਡ ਮਾਰੀ। ਜਦੋਂ ਸ਼ੇਰ ਰੱਜ ਗਿਆ ਤਾਂ ਚਲਾ ਗਿਆ ਤੇ ਰਹਿੰਦ ਖੂੰਹਦ ਨੂੰ ਲੂੰਬੜ ਖਾਣ ਲੱਗ ਪਿਆ। ਉਸ ਵਿਅਕਤੀ ਨੇ ਸੋਚਿਆ, ਪਰਮਾਤਮਾ ਹਰੇਕ ਜੀਅ ਦੇ ਭੋਜਨ ਦਾ ਪ੍ਰਬੰਧ ਕਰਦਾ ਹੈ। ਦੂਜੇ, ਤੀਜੇ, ਚੌਥੇ ਦਿਨ ਵੀ ਇਵੇਂ ਹੀ ਹੋਇਆ। ਉਸ ਆਦਮੀ ਨੇ ਵੀ ਲੂੰਬੜ ਵਾਂਗ ਜੀਵਨ ਗੁਜ਼ਾਰਨ ਦਾ ਮਨ ਬਣਾਇਆ ਤੇ ਸੋਚਿਆ, ਪਰਮਾਤਮਾ ਆਪੇ ਧਿਆਨ ਰੱਖੇਗਾ। ਉਹ ਇੱਕ ਪਾਸੇ ਬਹਿ ਗਿਆ। ਕੁਝ ਨਾ ਵਾਪਰਿਆ। ਭੁੱਖ ਸਤਾਉਣ ਲੱਗੀ। ਭੁੱਖ ਨਾਲ ਜਦੋਂ ਮਰਨ ਕਿਨਾਰੇ ਪਹੁੰਚ ਗਿਆ ਤਾਂ ਆਵਾਜ਼ ਆਈ, ਤੂੰ ਲੂੰਬੜ ਦੀ ਨਕਲ ਕੀਤੀ ਹੈ, ਨਕਲ ਸ਼ੇਰ ਦੀ ਕਰਨੀ ਚਾਹੀਦੀ ਸੀ। ਧੰਨਵਾਦ। ਨੈਕਸਟ, ਇੱਕ ਸਾਧੂ ਆਪਣੇ ਚੇਲੇ ਨੂੰ ਤਿਆਗ ਕਰਨ ਦੀ ਸਿਖਲਾਈ ਤੇ ਸਿੱਖਿਆ ਦਿੰਦਾ ਰਹਿੰਦਾ ਸੀ। ਇੱਕ ਦਿਨ ਦੋਵਾਂ ਨੇ ਕਿਸੇ ਹੋਰ ਨਗਰ ਜਾਣ ਦਾ ਨਿਰਣਾ ਕੀਤਾ। ਗੁਰੂ ਦੇ ਮਨ੍ਹਾ ਕਰਨ ਦੇ ਬਾਵਜੂਦ ਚੇਲੇ ਨੇ ਜੇਬ 'ਚ ਕੁਝ ਪੈਸੇ ਪਾ ਲਏ ਸਨ। ਗੁਰੂ ਦੀ ਜੇਬ ਹਮੇਸ਼ਾ ਵਾਂਗ ਖਾਲੀ ਸੀ। ਨਦੀ ਪਾਰ ਕਰਨੀ ਸੀ, ਪਰ ਮਲਾਹ ਨੇ ਮੁਫਤ ਪਾਰ ਕਰਾਉਣ ਤੋਂ ਇਨਕਾਰ ਕਰ ਦਿੱਤਾ। ਭਾਵੇਂ ਚੇਲੇ ਕੋਲ ਪੈਸੇ ਸਨ, ਪਰ ਉਹ ਚੁੱਪ ਰਿਹਾ। ਸਾਧੂ ਬੈਠਾ ਰਿਹਾ, ਉਡੀਕਦਾ ਰਿਹਾ। ਰਾਤ ਪੈ ਗਈ। ਮਲਾਹ ਨੇ ਕਿਹਾ, ਕਦੋਂ ਤੱਕ ਇੱਥੇ ਬੈਠੇ ਰਹੋਗੇ? ਜੰਗਲੀ ਜਾਨਵਰ ਮਾਰ ਕੇ ਖਾ ਜਾਣਗੇ। ਸਾਧੂ ਨੇ ਕਿਹਾ, ਫਿਰ ਤੂੰ ਨਦੀ ਪਾਰ ਕਰਵਾ ਦੇ। ਮਲਾਹ ਨੇ ਕਿਹਾ, ਮੁਫਤ ਨਦੀ ਪਾਰ ਕਰਵਾਉਣਾ ਮੇਰੇ ਅਸੂਲ ਵਿਰੁੱਧ ਹੈ। ਚੇਲੇ ਨੇ ਜੇਬ 'ਚੋਂ 2 ਰੁਪਏ ਦਿੱਤੇ ਤੇ ਮਲਾਹ ਨੇ ਨਦੀ ਪਾਰ ਕਰਵਾ ਦਿੱਤੀ। ਨਦੀ ਪਾਰ ਕਰਨ ਉਪਰੰਤ ਚੇਲੇ ਨੇ ਕਿਹਾ, ਤੁਸੀਂ ਸਿੱਖਿਆ ਦਿੰਦੇ ਹੋ ਕਿ ਤਿਆਗ ਕਰੋ, ਪੈਸਾ ਨਹੀਂ ਚਾਹੀਦਾ। ਵੇਖੋ, ਇੱਥੇ ਪੈਸਾ ਹੀ ਕੰਮ ਆਇਆ। ਪੈਸੇ ਨਾਲ ਹੀ ਨਦੀ ਪਾਰ ਕਰਨ ਦਾ ਸੁੱਖ ਮਿਲਿਆ। ਸਾਧੂ ਨੇ ਕਿਹਾ ਕਿ ਅਸੀਂ ਮਲਾਹ ਨੂੰ ਪੈਸੇ ਦੇ ਕੇ ਨਦੀ ਪਾਰ ਕਰਨ ਦਾ ਸੁੱਖ ਲਿਆ ਹੈ। ਸੁੱਖ ਪੈਸੇ ਨਾਲ ਨਹੀਂ ਮਿਲਿਆ, ਸੁੱਖ ਪੈਸਾ ਤਿਆਗਣ ਨਾਲ ਹੀ ਮਿਲਿਆ। ਨੈਕਸਟ, ਕਈ ਕਾਰਜ ਸਾਨੂੰ ਸਮਾਜ ਨਹੀਂ ਕਰਨ ਦਿੰਦਾ। ਕਈ ਕੰਮ ਕਰਨ ਦੀ ਸਾਡਾ ਸੱਭਿਆਚਾਰ ਆਗਿਆ ਨਹੀਂ ਦਿੰਦਾ। ਕਈਆਂ ਨੂੰ ਕਰਨ 'ਚ ਕਾਨੂੰਨ ਰੁਕਾਵਟ ਬਣਦਾ ਹੈ। ਕਈ ਕੰਮ ਆਰਥਿਕ ਮਜਬੂਰੀ ਕਾਰਨ, ਰਾਜਨੀਤਿਕ ਬੰਧਨਾਂ ਕਾਰਨ ਨਹੀਂ ਕੀਤੇ ਜਾਂਦੇ। ਧਰਮ ਕਈ ਕਾਰਜ ਕਰਨ 'ਤੇ ਰੋਕਾਂ ਲਾਉਂਦਾ ਹੈ। ਕਈ ਕਾਰਜ ਅਸੀਂ ਪਰਿਵਾਰ ਨਾਲ ਨਹੀਂ ਕਰਦੇ। ਕਈ ਕਾਰਜ ਗੁਆਂਢੀਆਂ, ਦੋਸਤਾਂ, ਸਹੇਲੀਆਂ ਕਾਰਨ ਨਹੀਂ ਕੀਤੇ ਜਾਂਦੇ। ਤੇ ਕਈ ਕੰਮ ਐਸੇ ਅਸੀਂ ਆਪਣੇ ਪੜ੍ਹੇ ਲਿਖੇ ਹੋਣ ਕਰਕੇ, ਕਈ ਕਾਰਜ ਆਪਣੇ ਅਹੁਦੇ ਕਾਰਨ, ਕਈ ਉਮਰ ਕਾਰਨ ਨਹੀਂ ਕਰ ਸਕਦੇ। ਕਈ ਕਾਰਜ ਕਰਨ ਦਾ ਹੌਸਲਾ ਨਹੀਂ ਪੈਂਦਾ। ਕਈ ਕੰਮ ਦੁਰਘਟਨਾ ਦੇ ਡਰ ਨਾਲ ਕਰਨ ਕਾਰਨ ਦੀ ਹਿੰਮਤ ਨਹੀਂ ਉਪਜਦੀ। ਮਨੁੱਖ 'ਤੇ ਰੋਕਾਂ ਹੀ ਰੋਕਾਂ ਹਨ, ਪਰ ਮਨੁੱਖ ਸਮਝਦਾ ਆਪਣੇ ਆਪ ਨੂੰ ਸੁਤੰਤਰ ਹੈ। ਸਮਝਣ ਦੀ ਲੋੜ ਇਹ ਹੈ ਕਿ ਇਹ ਰੋਕਾਂ, ਬੰਧਨ, ਮਨਾਹੀਆਂ ਆਦਿ ਸਧਾਰਨ ਲੋਕਾਂ ਲਈ ਹਨ। ਜਿਨ੍ਹਾਂ ਨੇ ਕੁਝ ਕਰਨਾ ਹੁੰਦਾ ਹੈ, ਉਹ ਕਿਸੇ ਰੋਕ ਦੀ ਪਰਵਾਹ ਨਹੀਂ ਕਰਦੇ। ਹਮਲਾਵਰ ਵੀਜ਼ੇ ਲੈ ਕੇ ਨਹੀਂ ਆਉਂਦੇ। ਜੇ ਹਰ ਕਿਸੇ ਨੇ ਰੋਕਾਂ ਹੀ ਮੰਨਣੀਆਂ ਸਨ ਤਾਂ ਨਾ ਕੋਈ ਹੀਰ ਹੁੰਦੀ, ਨਾ ਸੱਸੀ, ਨਾ ਕੋਈ ਸਿਕੰਦਰ ਹੁੰਦਾ, ਨਾ ਨੈਪੋਲੀਅਨ, ਨਾ ਲਿੰਕਨ। ਧੰਨਵਾਦ। ਨੈਕਸਟ, ਮਨੁੱਖ ਦੇ ਸਾਰੇ ਮੀਟਰ ਉਹਦੇ ਚਿਹਰੇ 'ਤੇ ਲੱਗੇ ਹੋਏ ਹਨ। ਠੋਡੀ ਕੇਵਲ ਮਨੁੱਖ ਦੀ ਹੁੰਦੀ ਹੈ। ਠੋਡੀ ਕਾਰਨ ਹੀ ਮਨੁੱਖ ਇੱਕ ਦੂਜੇ ਤੋਂ ਵੱਖਰੇ ਲੱਗਦੇ ਹਨ। ਠੋਡੀ ਕਾਰਨ ਮਨੁੱਖ ਦਾ ਮੂੰਹ ਤੇ ਅੱਖਾਂ ਚਿਹਰੇ 'ਤੇ ਹਾਵੀ ਨਹੀਂ ਹੁੰਦੀਆਂ। ਜੇ ਠੋਡੀ ਨਾ ਹੁੰਦੀ, ਹਰੇਕ ਵਿਅਕਤੀ ਵੱਖਰੀ ਨਸਲ ਦਾ ਬਾਂਦਰ ਲੱਗਣਾ ਸੀ। ਮਨੁੱਖ ਦੀਆਂ ਅੱਖਾਂ ਵਿੱਚੋਂ ਅਕਲ ਤੇ ਨੱਕ ਵਿੱਚੋਂ ਮੂਰਖਤਾ ਝਲਕਦੀ ਹੈ। ਕੁਦਰਤ ਨੇ ਅਕਲ ਤੇ ਮੂਰਖਤਾ 'ਚ ਸੰਤੁਲਨ ਬਣਾਉਣ ਲਈ ਅੱਖਾਂ ਦੇ ਥੱਲੇ ਨੱਕ ਲਾਇਆ। ਮਨੁੱਖ ਨੂੰ ਅੱਖਾਂ ਦਾ ਮਾਣ ਹੁੰਦਾ ਹੈ, ਨੱਕ ਦੀ ਸ਼ਰਮ ਆਉਂਦੀ ਹੈ।
ਪਤਲੇ ਬੰਦੇ ਦਾ ਨੱਕ ਉਮਰ ਦੇ ਵਧਣ ਨਾਲ ਵੱਡਾ ਮੋਟਾ ਹੋ ਜਾਂਦਾ ਹੈ। ਮੋਟੇ ਬੰਦੇ ਦਾ ਅਕਸਰ ਛੋਟਾ ਹੋ ਜਾਂਦਾ ਹੈ। ਸਵਾਦ ਜੀਭ 'ਚ ਨਹੀਂ ਹੁੰਦਾ, ਨੱਕ 'ਚ ਹੁੰਦਾ ਹੈ। ਜੇ ਨੱਕ ਬੰਦ ਹੋਵੇ ਤਾਂ ਚੀਜ਼ਾਂ ਸਵਾਦ ਨਹੀਂ ਲੱਗਦੀਆਂ। ਅਸੀਂ ਕੁਝ ਖਾਂਦਿਆਂ ਨਾਲ ਸੁੰਘਦੇ ਵੀ ਹਾਂ। ਸੁੰਘਣ ਨਾਲ ਕੁਝ ਖਾਣ ਤੋਂ ਪਹਿਲਾਂ ਹੀ ਉਹਦਾ ਸਵਾਦ ਪਤਾ ਲੱਗ ਜਾਂਦਾ ਹੈ। ਕੋਈ ਚੀਜ਼ ਖਰਾਬ ਹੋ ਗਈ ਹੈ ਕਿ ਨਹੀਂ ਜਾਣਨ ਲਈ ਅਸੀਂ ਉਹਨੂੰ ਸੁੰਘਦੇ ਹਾਂ। ਜਦੋਂ ਬੁਢਾਪੇ 'ਚ ਸੁੰਘਣ ਸ਼ਕਤੀ ਘੱਟ ਜਾਂਦੀ ਹੈ ਤਾਂ ਚੀਜ਼ਾਂ ਸਵਾਦ ਲੱਗਣੋਂ ਹਟ ਜਾਂਦੀਆਂ ਹਨ। ਇਸਤਰੀਆਂ 'ਚ ਸੁੰਘਣ ਸ਼ਕਤੀ ਵਧੇਰੇ ਹੁੰਦੀ ਹੈ। ਉਹਨਾਂ ਨੂੰ ਝੱਟ ਬਦਬੂ ਆਉਣ ਲੱਗ ਪੈਂਦੀ ਹੈ। ਇਸੇ ਲਈ ਉਹ ਸਾਫ਼ ਸਫਾਈ ਦਾ ਵਧੇਰੇ ਧਿਆਨ ਰੱਖਦੀਆਂ ਹਨ। ਦੰਦਾਂ ਨੂੰ ਖਾਣ ਵਾਲੀ ਚੀਜ਼ ਨੂੰ ਕੱਟਣ ਲਈ, ਜੀਭ ਨੂੰ ਮੂੰਹ ਅੰਦਰ ਚੀਜ਼ ਉਲਟਾਉਣ ਪਲਟਾਉਣ ਲਈ, ਬੁੱਲ੍ਹਾਂ ਨੂੰ ਚੀਜ਼ ਅੰਦਰ ਕਰਕੇ ਮੂੰਹ ਬੰਦ ਕਰਨ ਲਈ, ਮੂੰਹ ਦੇ ਅੰਦਰਲੇ ਹਿੱਸੇ ਦੇ ਵੱਖ-ਵੱਖ ਸਥਾਨਾਂ ਨੂੰ ਵੱਖ-ਵੱਖ ਸਵਾਦਾਂ ਨੂੰ ਮਾਣਨ ਲਈ ਵਰਤਿਆ ਜਾਂਦਾ ਹੈ। ਇਸਤਰੀ ਇਸ ਲਈ ਸੁੰਦਰ ਹੁੰਦੀ ਹੈ ਤੇ ਆਕਰਸ਼ਿਤ ਕਰਦੀ ਹੈ ਕਿਉਂਕਿ ਉਹਦੀਆਂ ਅੱਖਾਂ, ਨੱਕ, ਕੰਨ, ਜੀਭ, ਚਮੜੀ ਆਦਿ ਸਾਰੇ ਗਿਆਨ ਇੰਦਰੀ ਸੂਖਮ, ਕੂਲੇ, ਨਰਮ, ਤਿੱਖੇ ਤੇ ਵਧੇਰੇ ਸੰਵੇਦਨਸ਼ੀਲ ਹੁੰਦੇ ਹਨ। ਪੁਰਸ਼ ਦਾ ਸੁਭਾਅ ਲੱਠੇ ਵਾਲਾ ਹੁੰਦਾ ਹੈ, ਇਸਤਰੀ ਦਾ ਸ਼ਨੀਲ ਵਰਗਾ। ਪੁਰਸ਼ ਦੇ ਮੀਟਰ ਵੱਡੇ ਤੇ ਸਖਤ ਹੁੰਦੇ ਹਨ, ਇਸਤਰੀ ਦੇ ਛੋਟੇ ਤੇ ਨਰਮ। ਦੂਜੇ ਵਿਸ਼ਵ ਯੁੱਧ ਵਿੱਚ ਫਰਾਂਸ ਦਾ ਇੱਕ ਫੌਜੀ ਜ਼ਖਮੀ ਹੋ ਗਿਆ ਸੀ ਤੇ ਇੰਗਲੈਂਡ ਦੇ ਇੱਕ ਹਸਪਤਾਲ 'ਚ ਉਹਦਾ ਇਲਾਜ ਚੱਲ ਰਿਹਾ ਸੀ। ਮਾਂ ਨੇੜਲੇ ਸ਼ਹਿਰ ਵਿੱਚ ਰਹਿੰਦੀ ਸੀ ਤੇ ਆਪਣੇ ਪੁੱਤਰ ਨੂੰ ਮਿਲਣਾ ਚਾਹੁੰਦੀ ਸੀ, ਪਰ ਮਿਲਣ ਨਹੀਂ ਸੀ ਦਿੱਤਾ ਜਾ ਰਿਹਾ ਤਾਂ ਕਿ ਕਿਧਰੇ ਉਹ ਜ਼ਖਮੀ ਫੌਜੀ ਖੁਸ਼ੀ ਦੀ ਉਤੇਜਨਾ ਨਾਲ ਹੀ ਨਾ ਮਰ ਜਾਏ। ਮਾਂ ਨਰਸ ਬਣ ਕੇ ਉਹਦੀ ਦੇਖਭਾਲ ਕਰਨ ਲਈ ਪਹੁੰਚੀ। ਜਦੋਂ ਉਹਨੇ ਜ਼ਖਮੀ ਫੌਜੀ ਦੇ ਮੱਥੇ 'ਤੇ ਹੱਥ ਰੱਖਿਆ ਤਾਂ ਮਰੀਜ਼ ਬੋਲਿਆ, ਤੁਹਾਡੇ ਹੱਥ ਦੀ ਛੋਹ ਵਿੱਚੋਂ ਮਾਂ ਦਾ ਪਿਆਰ ਦਾ ਨਿੱਘ ਮਿਲਦਾ ਹੈ। ਇਸ ਨਿੱਘ ਕਾਰਨ ਹੁਣ ਮੈਂ ਜਲਦੀ ਠੀਕ ਹੋ ਜਾਵਾਂਗਾ। ਧੰਨਵਾਦ। ਨੈਕਸਟ। ਬੀਮਾ ਕੰਪਨੀਆਂ ਝੂਠੇ ਕਲੇਮਾਂ ਤੋਂ ਆਪਣੇ ਬਚਾਓ ਲਈ ਕਈ ਢੰਗ ਵਰਤਦੀਆਂ ਹਨ। ਇੱਕ ਵਾਰੀ ਸਾਈਕਲਾਂ ਦੇ ਇੱਕ ਗੋਦਾਮ ਦਾ ਬੀਮਾ ਕਰਵਾ ਕੇ ਚਲਾਕ ਤੇ ਬੇਈਮਾਨ ਮਾਲਕ ਨੇ ਝਾੜ ਫੂਸ ਰੱਖ ਕੇ ਤੇ ਸਾਈਕਲਾਂ ਕੱਢ ਕੇ ਅੱਗ ਲਾ ਦਿੱਤੀ। ਬੀਮਾ ਕੰਪਨੀ ਨੇ ਕਿਹਾ, ਸੜੀਆਂ ਹੋਈਆਂ ਸਾਈਕਲਾਂ ਕਿੱਥੇ ਹਨ? ਇਸ ਕਰਕੇ ਹੁਣ ਬੀਮਾ ਕੰਪਨੀਆਂ ਅਗਨੀ ਬੀਮਾ ਕੀਤੀ ਵਸਤ ਦੀ ਫੋਟੋ ਖਿੱਚਦੀਆਂ ਹਨ ਤੇ ਅੱਗ ਲੱਗਣ ਉਪਰੰਤ ਸੁਆਹ ਦਾ ਨਿਰੀਖਣ ਕਰਵਾਉਂਦੀਆਂ ਹਨ। ਇੱਕ ਬੀਮਾ ਕੰਪਨੀ ਨੇ ਆਪਣਾ ਦਫ਼ਤਰ 7ਵੀਂ ਮੰਜ਼ਿਲ ਉੱਤੇ ਖੋਲ੍ਹਿਆ ਹੋਇਆ ਸੀ। ਹਾਦਸੇ ਦੇ ਸ਼ਿਕਾਰ ਵਿਅਕਤੀ ਵਧੇਰੇ ਮੁਆਵਜ਼ੇ ਲਈ ਅਕਸਰ ਝੂਠੇ ਮੁਕੱਦਮੇ ਕਰਦੇ ਸਨ। ਕੰਪਨੀ ਨੇ ਆਪਣੀ ਲਿਫਟ ਜਾਣ ਕੇ ਖਰਾਬ ਕੀਤੀ ਹੋਈ ਸੀ। ਜਦੋਂ ਕੋਈ ਪੌੜੀਆਂ ਚੜ੍ਹ ਕੇ ਪਹੁੰਚ ਕੇ ਟੁੱਟੀ ਲੱਤ ਦਾ ਮੁਆਵਜ਼ਾ ਮੰਗਦਾ ਸੀ ਤਾਂ ਕਿਹਾ ਜਾਂਦਾ ਸੀ ਕਿ ਜੇ ਤੁਹਾਡੀ ਹੱਡੀ ਟੁੱਟੀ ਹੁੰਦੀ ਤਾਂ ਤੁਸੀਂ ਪੌੜੀਆਂ ਚੜ੍ਹ ਕੇ ਇਸ ਦਫ਼ਤਰ ਨਹੀਂ ਪਹੁੰਚ ਸਕਦੇ ਸੀ। ਇੱਕ ਵਾਰੀ ਇੱਕ ਵਿਅਕਤੀ ਨੇ ਕਿਹਾ ਕਿ ਉਹਦੀ ਬਾਂਹ 'ਤੇ ਸੱਟ ਲੱਗਣ ਕਾਰਨ ਉਹ ਬਾਂਹ ਉੱਚੀ ਨਹੀਂ ਕਰ ਸਕਦਾ। ਮੁਆਵਜ਼ੇ ਲਈ ਉਹਨੇ ਮੁਕੱਦਮਾ ਕਰ ਦਿੱਤਾ। ਬੀਮਾ ਕੰਪਨੀ ਦੇ ਵਕੀਲ ਨੇ ਅਦਾਲਤ ਵਿੱਚ ਉਹਨੂੰ ਬਾਂਹ ਉੱਚੀ ਕਰਨ ਲਈ ਕਿਹਾ। ਉਹਨੇ ਬਾਂਹ ਅੱਧੀ ਉੱਚੀ ਕੀਤੀ। ਵਕੀਲ ਨੇ ਕਿਹਾ, ਦੁਰਘਟਨਾ ਤੋਂ ਪਹਿਲਾਂ ਬਾਂਹ ਕਿੰਨੀ ਉੱਚੀ ਜਾ ਸਕਦੀ ਸੀ? ਝੂਠਾ ਮੁਕੱਦਮਾ ਕਰਨ ਵਾਲੇ ਉਸ ਵਿਅਕਤੀ ਨੇ ਪੂਰੀ ਬਾਂਹ ਪੂਰੀ ਤਰ੍ਹਾਂ ਉੱਚੀ ਕਰ ਦਿੱਤੀ ਤੇ ਜੱਜ ਨੇ ਮੁਕੱਦਮਾ ਖਾਰਜ ਕਰ ਦਿੱਤਾ। ਇੱਕ ਇਸਤਰੀ ਨੇ ਬੀਮੇ ਦੀ ਰਕਮ ਲੈਣ ਲਈ ਆਪਣਾ ਪਤੀ ਮਾਰ ਦਿੱਤਾ ਤੇ ਉਹਨੂੰ ਇੱਕ ਦੁਰਘਟਨਾ 'ਚ ਮਰ ਗਿਆ ਦੱਸਿਆ। ਬੀਮਾ ਕੰਪਨੀ ਨੇ ਅਦਾਲਤ ਵਿੱਚ ਕੋਈ ਹੋਰ ਵਿਅਕਤੀ ਖੜਾ ਕਰਕੇ ਸਾਬਤ ਕਰਨਾ ਚਾਹਿਆ ਕਿ ਇਹ ਇਸ ਦਾ ਪਤੀ ਹੈ ਤੇ ਜਿਉਂਦਾ ਹੈ। ਉਸ ਇਸਤਰੀ ਨੇ ਕਿਹਾ, ਇਹ ਮੇਰਾ ਪਤੀ ਨਹੀਂ, ਕਿਉਂਕਿ ਉਹਨੂੰ ਤਾਂ ਮੈਂ ਆਪ ਮਾਰਿਆ। ਉਹਦੇ ਇਸ ਬਿਆਨ 'ਤੇ ਉਹਨੂੰ ਪਤੀ ਦਾ ਕਤਲ ਕਰਨ ਦੇ ਜੁਰਮ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਨੈਕਸਟ। ਬਾਦਸ਼ਾਹ ਨੇ ਆਪਣੇ ਵਿਰੋਧੀ ਨੂੰ ਮਰਵਾ ਦਿੱਤਾ ਸੀ। ਲਾਸ਼ ਮਾਰੂਥਲ 'ਚ ਸੁੱਟ ਦਿੱਤੀ ਸੀ। ਲਾਸ਼ ਦੇ ਨੇੜੇ ਜਾਣ ਦੀ ਮਨਾਹੀ ਸੀ। ਫਾਂਸੀ 'ਤੇ ਲਾਏ ਜਾਣ ਦੀ ਧਮਕੀ ਸੀ। ਪਤਾ ਲੱਗਾ ਛੋਟੀ ਭੈਣ ਰਹਿ ਨਾ ਸਕੀ, ਵੱਡੀ ਭੈਣ ਨਾ ਗਈ। ਵੱਡੀ ਭੈਣ ਨੇ ਛੋਟੀ ਨੂੰ ਜਾਣ ਤੋਂ ਰੋਕਿਆ। ਰੋਕਣ ਦੇ ਬਾਵਜੂਦ ਛੋਟੀ ਭੈਣ ਰਾਤ ਦੇ ਹਨੇਰੇ 'ਚ ਗਈ ਤੇ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਭਰਾ ਨੂੰ ਦਫਨਾ ਆਈ। ਦਫਨਾਇਆ ਛੋਟੀ ਭੈਣ ਨੇ ਸੀ, ਪਰ ਇਸ ਜੁਰਮ 'ਚ ਫੜੀ ਵੱਡੀ ਗਈ ਸੀ। ਵੱਡੀ ਭੈਣ ਨੇ ਛੋਟੀ ਭੈਣ ਨੂੰ ਕਿਹਾ, ਇੱਕ ਕੁਰਬਾਨੀ ਤੂੰ ਦਿੱਤੀ ਹੈ, ਹੁਣ ਇੱਕ ਮੈਨੂੰ ਕਰਨ ਦੇ। ਉਸ ਵੱਡੀ ਭੈਣ ਨੇ ਠੋਕ ਕੇ ਕਿਹਾ, ਹਾਂ, ਆਪਣੇ ਭਰਾ ਨੂੰ ਮੈਂ ਦਫਨ ਕੀਤਾ। ਉਹ ਫਾਂਸੀ ਚੜ੍ਹ ਗਈ। ਭਰਾ ਤੇ ਭੈਣ ਦੀ ਕੁਰਬਾਨੀ ਸੁਤੰਤਰਤਾ ਅੰਦੋਲਨ ਬਣ ਗਈ, ਜਿਹਦਾ ਝੰਡਾ ਛੋਟੀ ਭੈਣ ਨੇ ਚੁੱਕਿਆ ਹੋਇਆ ਸੀ। ਧੰਨਵਾਦ। ਨੈਕਸਟ। ਜੇ ਤੁਹਾਡਾ ਅੱਜ ਉਦਾਸ ਹੈ ਤਾਂ ਆਉਣ ਵਾਲੇ ਕੱਲ੍ਹ ਵੱਲ ਧਿਆਨ ਦਿਓ। ਹਰ ਮੁਸੀਬਤ, ਮੁਸ਼ਕਿਲ, ਉਦਾਸੀ ਦਾ ਹੱਲ ਕੱਲ੍ਹ ਵਿੱਚ ਹੈ। ਕੱਲ੍ਹ ਵਿੱਚ ਆਸ ਹੁੰਦੀ ਹੈ, ਸੰਭਾਵਨਾ ਹੁੰਦੀ ਹੈ। ਜੇ ਤੁਸੀਂ ਕੱਲ੍ਹ ਬਾਰੇ ਆਸਵੰਦ ਨਹੀਂ ਤਾਂ ਅੱਜ ਹੋਰ ਵੀ
ਕਾਲਾ ਪ੍ਰਤੀਤ ਹੋਏਗਾ, ਭੈੜੇ ਖਿਆਲ ਹੀ ਆਉਣਗੇ। ਉਦਾਸ ਕਿਉਂ? ਕਿ ਤੁਸੀਂ ਵੀ ਲੋਕਾਂ ਵਾਂਗ ਪ੍ਰਸੰਨਤਾ ਨੂੰ ਪ੍ਰਾਪਤੀ ਨਾਲ ਤੇ ਪ੍ਰਾਪਤੀ ਨੂੰ ਪ੍ਰਸੰਨਤਾ ਨਾਲ ਜੋੜਦੇ ਹੋ। ਪ੍ਰਸੰਨਤਾ ਪ੍ਰਾਪਤੀ ਨਹੀਂ ਹੁੰਦੀ, ਇਹ ਅਨੁਭਵ ਹੁੰਦੀ ਹੈ। ਇਹ ਭਰੇ ਹੋਣ ਦਾ ਅਹਿਸਾਸ ਹੁੰਦੀ ਹੈ। ਇਹ ਸਫਲ ਹੋਣ ਦਾ ਵਿਸ਼ਵਾਸ ਹੁੰਦੀ ਹੈ। ਇਹ ਅੱਜ ਦੇ ਯਤਨਾਂ ਦਾ ਕੱਲ੍ਹ ਨਿਕਲਣ ਵਾਲਾ ਸਿੱਟਾ ਹੁੰਦੀ ਹੈ। ਸਫਲ ਅਸੀਂ ਭਵਿੱਖ ਵਿੱਚ ਹੀ ਹੋਵਾਂਗੇ। ਜੇ ਤੁਸੀਂ ਪ੍ਰਸੰਨ ਹੋਣਾ ਚਾਹੁੰਦੇ ਹੋ ਤਾਂ ਦੱਸੋ, ਤੁਹਾਡੇ ਪ੍ਰਸੰਨ ਹੋਣ 'ਚ ਕੀ ਰੁਕਾਵਟ ਹੈ? ਉਦਾਸ ਵਿਅਕਤੀ ਦੂਜਿਆਂ ਦੀਆਂ ਤਾੜੀਆਂ ਦੀ ਉਡੀਕ ਕਰਦੇ ਹਨ। ਪ੍ਰਸੰਨ ਵਿਅਕਤੀ ਆਪ ਹੀ ਤਾੜੀਆਂ ਮਾਰਨ ਲੱਗ ਪੈਂਦੇ ਹਨ। ਉਦਾਸ ਵਿਅਕਤੀ ਤੰਗ ਕਰਨ ਵਾਲਾ ਕਰਜ਼ਾ ਲੈ ਕੇ ਮਕਾਨ ਬਣਾਉਂਦਾ ਹੈ ਵਿਖਾਉਣ ਲਈ, ਵੱਡੀ ਕਾਰ ਖਰੀਦਦਾ ਹੈ ਹੋਰਾਂ ਨੂੰ ਛੋਟਾ ਸਿੱਧ ਕਰਨ ਲਈ, ਸਮਾਗਮ ਕਰਦਾ ਦੂਜਿਆਂ ਦੀ ਵਾਹਵਾ ਲੈਣ ਲਈ, ਆਪਣੇ ਵੰਡੇ ਹਾਰ ਪਾਉਣ ਲਈ, ਫੋਟੋਆਂ ਖਿਚਵਾਉਂਦਾ ਹੈ ਅਖਬਾਰਾਂ 'ਚ ਪਾਉਣ ਲਈ, ਸਭ ਕੁਝ ਕਰਦਾ ਇਹ ਦੱਸਣ ਲਈ ਕਿ ਵੇਖੋ ਮੇਰੇ ਕੋਲ ਕਿੰਨਾ ਕੁਝ ਹੈ। ਕੀ ਤੁਹਾਡੇ ਵਿੱਚੋਂ ਕਿਸੇ ਕੋਲ ਹੈ? ਮੈਨੂੰ ਮੰਨਦੇ ਹੋ ਕਿ ਨਹੀਂ? ਕਰ ਸਕਦੇ ਹੋ ਮੇਰਾ ਮੁਕਾਬਲਾ? ਜਦੋਂ ਵੀ ਅਜਿਹਾ ਕਰੋਗੇ ਉਦਾਸ ਹੀ ਹੋਗੇ, ਕਿਉਂਕਿ ਤੁਹਾਡੇ ਤੋਂ ਵਧੇਰੇ ਪ੍ਰਾਪਤੀਆਂ ਵਾਲੇ, ਵੱਡੇ ਮਕਾਨਾਂ ਵਾਲੇ, ਮਹਿੰਗੀਆਂ ਕਾਰਾਂ ਵਾਲੇ ਦੱਸਣ ਲੱਗ ਪੈਣਗੇ। ਦੌੜ ਲੱਗੀ ਹੋਈ ਹੈ, ਦੌੜ 'ਚ ਥਕਾਵਟ ਹੈ ਕਿਉਂਕਿ ਥਕਾਵਟ ਦੀ ਹੀ ਦੌੜ ਹੈ। ਵੇਖੋ ਕਿੰਨੇ ਦੌੜ ਰਹੇ ਹਨ, ਸਾਰੇ ਥੱਕੇ ਹੋਏ ਹਨ। ਜਿਹੜੇ ਥੱਕੇ ਹੋਏ ਹਨ ਉਹੀ ਦੌੜ ਰਹੇ ਹਨ। ਉਹ ਵੀ ਹਨ ਜਿਹੜੇ ਥੱਕ ਕੇ ਨਿਰਾਸ਼ ਹੋ ਕੇ 5ਵੀਂ ਵਾਰ ਚੋਣ ਨਾ ਜਿੱਤ ਸਕਣ ਕਰਕੇ ਢੇਰੀ ਢਾਹ ਕੇ ਬੈਠੇ ਹੋਏ ਹਨ। ਕਹਿ ਰਹੇ ਹਨ ਜੇ ਕਿਸਮਤ ਥੋੜ੍ਹਾ ਜਿਹਾ ਹੋਰ ਸਾਥ ਦਿੰਦੀ, ਜੇ ਥੋੜ੍ਹੇ ਜਿਹੇ ਵਸੀਲੇ ਹੋਰ ਹੁੰਦੇ, ਜੇ ਥੋੜ੍ਹੀ ਜਿਹੀ ਤਾਕਤ ਹੋਰ ਹੁੰਦੀ, ਮੈਂ ਸਭ ਕੁਝ ਪ੍ਰਾਪਤ ਕਰ ਵਿਖਾਉਣਾ ਸੀ। ਇਹ ਉਦਾਸ ਵੀ ਹਨ ਤੇ ਮਾਯੂਸ ਵੀ। ਹਰ ਸੂਰਜ ਨੇ ਆਖਰ ਡੁੱਬਣਾ ਹੈ, ਪਰ ਪੂਰੀ ਤਰ੍ਹਾਂ ਚਮਕ ਕੇ ਡੁੱਬਣਾ ਹੈ। ਲੋੜ ਚੱਲਣ ਦੀ ਹੈ, ਟੁਰਦੇ ਰਹਿਣ ਦੀ ਹੈ। ਲੋੜ ਨਾ ਦੌੜਨ ਦੀ ਹੈ, ਨਾ ਢੇਰੀ ਢਾਹ ਕੇ ਬੈਠਣ ਦੀ। ਪ੍ਰਸੰਨਤਾ ਟੁਰਨ ਵਿੱਚ ਹੈ, ਆਪਣੇ ਵਸੀਲਿਆਂ 'ਚ ਪ੍ਰਸੰਨ ਰਹਿਣ 'ਚ। ਜਿਹੜਾ ਰਾਹ ਸਹੀ ਲੱਗੇ ਉਹ ਅਪਣਾ ਲੈਣਾ। ਨੈਕਸਟ, ਇੱਕ ਜ਼ਿਮੀਂਦਾਰ ਘੋੜੇ 'ਤੇ ਜਾ ਰਿਹਾ ਸੀ। ਇੱਕ ਵਿਅਕਤੀ ਕੰਬਲ ਦੀ ਬੁੱਕਲ ਮਾਰ ਕੇ ਗਰੀਬੜਾ ਜਿਹਾ ਬਣ ਕੇ ਕਹਿਣ ਲੱਗਾ, ਗਰੀਬ ਲਾਚਾਰ ਹਾਂ, ਟੁਰ ਨਹੀਂ ਸਕਦਾ, ਘੋੜੇ 'ਤੇ ਬਿਠਾ ਲਓ। ਜ਼ਿਮੀਂਦਾਰ ਨੇ ਉਹਨੂੰ ਘੋੜੇ 'ਤੇ ਬਿਠਾ ਦਿੱਤਾ ਤੇ ਆਪ ਪੈਦਲ ਚੱਲਣ ਲੱਗ ਪਿਆ। ਉਹ ਚਲਾਕ ਵਿਅਕਤੀ ਜ਼ਿਮੀਂਦਾਰ ਦਾ ਘੋੜਾ ਲੈ ਉੱਡਿਆ। ਜ਼ਿਮੀਂਦਾਰ ਨੇ ਰੁਕਣ ਲਈ ਕਿਹਾ, ਘੋੜਾ ਬੇਸ਼ੱਕ ਲੈ ਜਾ, ਪਰ ਵਾਅਦਾ ਕਰ ਕਿ ਕਿਸੇ ਨੂੰ ਇਹ ਨਹੀਂ ਦੱਸੇਗਾ ਕਿ ਘੋੜਾ ਖੋਹਣ ਵਾਸਤੇ ਤੂੰ ਕੀ ਚਾਲ ਚੱਲੀ ਸੀ, ਕਿਉਂਕਿ ਇਹ ਜਾਣਨ ਨਾਲ ਅੱਗੇ ਤੋਂ ਲੋਕ ਡਰਦੇ ਮਾਰੇ ਕਿਸੇ ਗਰੀਬ ਲਾਚਾਰ ਦੀ ਮਦਦ ਨਹੀਂ ਕਰਨਗੇ ਤੇ ਇਵੇਂ ਕਈ ਲੋੜਵੰਦ ਮਦਦ ਪੱਖੋਂ ਵਾਂਝੇ ਰਹਿ ਜਾਣਗੇ। ਨੈਕਸਟ, ਸੱਸੀ, ਸੋਹਣੀ, ਹੀਰ, ਸਾਹਿਬਾਂ ਸਾਰੇ ਪਿਆਰ ਦੀਆਂ ਸਜ਼ਾਵਾਂ ਦੇ ਨਾਂ ਹਨ। ਉਹ ਇੱਕ ਸਧਾਰਨ ਇਸਤਰੀ ਸੀ। ਉਹਨੂੰ ਵੀ ਕਿਸੇ ਨਾਲ ਪਿਆਰ ਹੋਇਆ ਸੀ, ਪਰ ਧਰਮ ਤੇ ਜ਼ਾਤ ਦੇ ਵਿਖਰੇਵਿਆਂ ਕਾਰਨ ਉਹਨਾਂ ਦਾ ਵਿਆਹ ਨਹੀਂ ਸੀ ਹੋ ਸਕਦਾ। ਉਹਨੇ ਪਿਆਰ ਕਰਨ ਦੀ ਹਿੰਮਤ ਕਰ ਲਈ ਸੀ, ਪਰ ਵਿਆਹ ਸੰਬੰਧੀ ਸਮਾਜ ਤੇ ਧਰਮ ਦੀ ਮਰਿਆਦਾ ਮੰਨ ਲਈ ਸੀ ਤੇ ਸਾਰਾ ਜੀਵਨ ਵਿਆਹ ਨਹੀਂ ਸੀ ਕਰਵਾਇਆ, ਕਿਉਂਕਿ ਉਹ ਉਸ ਜ਼ਮਾਨੇ ਦੀ ਸੀ ਜਦੋਂ ਸਮਾਜਿਕ ਕਦਰਾਂ ਕੀਮਤਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀਆਂ ਸਨ, ਜਦੋਂ ਇੱਕ ਜਨਮ 'ਚ ਇੱਕ ਤੋਂ ਕੁਰਬਾਨ ਹੋਣ ਦੀ ਰੀਤ ਸੀ ਤੇ ਉਹਦੀ ਯਾਦ ਵਿੱਚ ਜਿਉਣ ਤੇ ਮਰਨ ਦੀ ਪਰੰਪਰਾ ਸੀ। ਉਸ ਜ਼ਮਾਨੇ ਵਿੱਚ ਜਿਨ੍ਹਾਂ ਦਾ ਪਿਆਰ ਪਰਵਾਨ ਨਹੀਂ ਸੀ ਚੜ੍ਹਦਾ, ਉਹ ਪੱਤਣਾਂ 'ਤੇ ਬਹਿ ਕੇ ਦਰਿਆ ਦੇ ਉਤਰਾਵਾਂ ਚੜ੍ਹਾਵਾਂ ਨੂੰ ਵੇਖਦਿਆਂ ਜ਼ਿੰਦਗੀ ਕੱਟਦੀਆਂ ਸਨ ਤੇ ਸਾਹਿਬਾਂ ਹੀਰ, ਸੋਹਣੀ ਤੇ ਸੱਸੀ ਨਾਲ ਜਾ ਖਲੋਂਦੀਆਂ ਸਨ। ਨੈਕਸਟ, 20ਵੀਂ ਸਦੀ ਦੌਰਾਨ ਸੰਸਾਰ ਦਾ ਸਭ ਤੋਂ ਵੱਧ ਪ੍ਰਸਿੱਧ ਵਿਗਿਆਨੀ ਆਇਨਸਟੀਨ ਜਰਮਨੀ 'ਚ ਪ੍ਰੋਫੈਸਰ ਲੱਗਾ ਹੋਇਆ ਸੀ। ਯਹੂਦੀ ਹੋਣ ਕਰਕੇ ਜਰਮਨੀ ਦੀ ਸਰਕਾਰ ਨੇ ਉਹਨੂੰ ਇੰਨੀ ਤਰ੍ਹਾਂ ਪਰੇਸ਼ਾਨ ਕੀਤਾ ਕਿ ਉਹ ਜਰਮਨੀ ਛੱਡ ਕੇ ਸਵਿਟਜ਼ਰਲੈਂਡ ਚਲਾ ਗਿਆ ਤੇ ਉਹਨੇ ਸਵਿਟਜ਼ਰਲੈਂਡ ਦੀ ਨਾਗਰਿਕਤਾ ਲੈ ਲਈ। ਉਸ ਵੇਲੇ ਸਵਿਟਜ਼ਰਲੈਂਡ ਦੀ ਨਾਗਰਿਕਤਾ ਲੈਣ ਨੂੰ ਜਰਮਨੀ ਨੇ ਆਪਣਾ ਅਪਮਾਨ ਸਮਝਿਆ ਸੀ। ਸੋ ਜਦੋਂ ਜਰਮਨੀ ਦੇ ਬਾਦਸ਼ਾਹ ਕੈਸਰ ਦੂਜੇ ਨੇ ਆਇਨਸਟੀਨ ਨੂੰ ਜਰਮਨੀ 'ਚ ਮੁੜ ਪ੍ਰੋਫੈਸਰ ਲਾਉਣ ਦੀ ਪੇਸ਼ਕਸ਼ ਕੀਤੀ ਤਾਂ ਇੱਕ ਸ਼ਰਤ ਵੀ ਲਾਈ ਕਿ ਆਇਨਸਟੀਨ ਸਵਿਟਜ਼ਰਲੈਂਡ ਦੀ ਨਾਗਰਿਕਤਾ ਤਿਆਗ ਦੇਵੇਗਾ। ਆਇਨਸਟੀਨ ਨੇ ਬਾਦਸ਼ਾਹ ਕੈਸਰ ਦੀ ਇੱਕ ਸ਼ਰਤ ਦੇ ਜਵਾਬ 'ਚ 2 ਸ਼ਰਤਾਂ ਲਾਈਆਂ ਕਿ ਉਹ ਆਪਣੇ ਯਹੂਦੀ ਹੋਣ ਦੇ ਤੱਥ ਨੂੰ ਕਦੇ ਨਹੀਂ ਲੁਕਾਏਗਾ ਤੇ ਜਿੱਥੇ ਵੀ ਪੁੱਛਿਆ ਗਿਆ ਉੱਥੇ ਉਹ ਮਾਣ ਨਾਲ ਦੱਸੇਗਾ ਕਿ ਉਹ ਯਹੂਦੀ ਹੈ। ਆਇਨਸਟਾਈਨ ਨੇ ਦੂਜੀ ਸ਼ਰਤ ਇਹ ਸੀ ਕਿ ਸਵਿਟਜ਼ਰਲੈਂਡ ਦੇ ਮੁਸ਼ਕਲ ਸਮੇਂ
ਸਵਿਟਜ਼ਰਲੈਂਡ ਨੇ ਮੁਸ਼ਕਿਲ ਸਮੇਂ ਉਹਨੂੰ ਪਨਾਹ ਦਿੱਤੀ ਸੀ ਤੇ ਆਪਣਾ ਨਾਗਰਿਕ ਬਣਾਇਆ ਸੀ, ਸੋ ਉਹ ਸਵਿਟਜ਼ਰਲੈਂਡ ਦੀ ਨਾਗਰਿਕਤਾ ਕਦੀ ਨਹੀਂ ਤਿਆਗੇਗਾ। ਸਵੈ ਵਿਸ਼ਵਾਸ ਤੋਂ ਬਿਨਾਂ ਕਿਸੇ ਦਾ ਕਿਧਰੇ ਸਨਮਾਨ ਨਹੀਂ ਹੁੰਦਾ। ਸੋ ਉਹਨੇ ਕਿਹਾ ਕਿ ਪਹਿਲਾਂ ਜਰਮਨੀ ਨੇ ਮੈਨੂੰ ਬਦਲਣ ਲਈ ਮਜਬੂਰ ਕੀਤਾ ਸੀ, ਹੁਣ ਜਰਮਨੀ ਨੂੰ ਬਦਲਣਾ ਪਏਗਾ। ਆਇਨਸਟਾਈਨ ਨੇ ਆਪਣੀਆਂ ਸ਼ਰਤਾਂ ਮਨਵਾਈਆਂ। ਧੰਨਵਾਦ। ਕਿਸ਼ੋਰ ਅਵਸਥਾ ਵਿੱਚ ਸਾਰੇ ਬੱਚੇ ਮਾਪਿਆਂ ਵਿਰੁੱਧ ਬਗਾਵਤ ਕਰਦੇ ਹਨ ਤੇ ਜੋ ਕੁਝ ਕਰਨ ਲਈ ਮਾਪੇ ਕਹਿੰਦੇ ਹਨ ਉਹਦੇ ਉਲਟ ਕਰਦੇ ਹਨ। ਇਸ ਬਗਾਵਤ ਦਾ ਕਾਰਨ ਸਰੀਰ 'ਚ 13 ਤੋਂ 20 ਕੁ ਸਾਲ ਦੀ ਉਮਰ ਦੌਰਾਨ ਉੱਠਿਆ ਕਾਮ ਸ਼ਕਤੀ ਦਾ ਤੂਫਾਨ ਹੁੰਦਾ ਹੈ। ਜਿਨ੍ਹਾਂ ਨੇ ਬੱਚਾ ਗੋਦ ਲਿਆ ਹੁੰਦਾ ਹੈ, ਜਦੋਂ ਗੋਦ ਲਿਆ ਬੱਚਾ ਇਸ ਉਮਰ ਵਿੱਚ ਪਹੁੰਚਦਾ ਹੈ ਤਾਂ ਮਾਪੇ ਪਰੇਸ਼ਾਨ ਹੁੰਦੇ ਹਨ ਤੇ ਉਹਨੂੰ ਗੋਦ ਲੈਣ ਦੇ ਆਪਣੇ ਫੈਸਲੇ ਤੇ ਝੂਰਦੇ ਹਨ। ਜਿਨ੍ਹਾਂ ਦੇ ਆਪਣੇ ਬੱਚੇ ਹੁੰਦੇ ਹਨ ਉਹ ਵੀ ਬੱਚਿਆਂ ਦੀਆਂ ਇਸ ਉਮਰ ਦੀਆਂ ਹਰਕਤਾਂ ਤੋਂ ਪਰੇਸ਼ਾਨ ਹੁੰਦੇ ਹਨ, ਕਿਉਂਕਿ ਉਹ ਮਾਪਿਆਂ ਦੀ ਕੋਈ ਗੱਲ ਨਹੀਂ ਮੰਨਦੇ। ਚੰਡੀਗੜ੍ਹ ਦੀ ਇੱਕ ਲਾਡਲੀ ਲੜਕੀ ਨੇ ਚੜ੍ਹਦੀ ਜਵਾਨੀ 'ਚ ਇੱਕ ਅਜਿਹੇ ਲੜਕੇ ਨਾਲ ਵਿਆਹ ਕਰਵਾਇਆ ਜਿਹਨੂੰ ਉਹਦੇ ਮਾਪੇ ਨਫ਼ਰਤ ਕਰਦੇ ਸਨ, ਕਿਉਂਕਿ ਉਹ ਲੜਕਾ ਹਰ ਪੱਖੋਂ ਭੈੜਾ ਤੇ ਨਿਕੰਮਾ ਸੀ। ਉਸ ਨਾਲ ਲੜਕੀ ਨੇ ਵਿਆਹ ਇਸ ਲਈ ਕਰਵਾਇਆ ਸੀ ਕਿਉਂਕਿ ਉਹ ਆਪਣੇ ਮਾਪਿਆਂ ਵਿਰੁੱਧ ਬਗਾਵਤ ਕਰਨਾ ਚਾਹੁੰਦੀ ਸੀ ਤੇ ਸਭ ਨੂੰ ਆਪਣੇ ਬਾਗੀ ਹੋਣ ਦਾ ਪ੍ਰਮਾਣ ਦੇਣਾ ਚਾਹੁੰਦੀ ਸੀ। ਮਾਪੇ ਉਸ ਲਈ ਇੱਕ ਆਦਰਸ਼ ਪਤੀ ਲੱਭਣਾ ਚਾਹੁੰਦੇ ਸਨ, ਪਰ ਮਾਪਿਆਂ ਦਾ ਉਹਨੂੰ ਕੁਝ ਵੀ ਪਸੰਦ ਨਹੀਂ ਸੀ। ਪਹਿਲਾਂ ਉਹਨੇ ਪੜ੍ਹਾਈ ਛੱਡੀ, ਫਿਰ ਆਪਣੀ ਮਰਜ਼ੀ ਨਾਲ ਮਾਪਿਆਂ ਨੂੰ ਵੱਧ ਤੋਂ ਵੱਧ ਪੀੜਤ ਕਰਨ ਲਈ ਇੱਕ ਅਵਾਰਾ ਲੜਕੇ ਨਾਲ ਘਰੋਂ ਦੌੜ ਕੇ ਵਿਆਹ ਕਰਵਾ ਲਿਆ। ਵਿਆਹ ਕਰਵਾਉਂਦਿਆਂ ਹੀ ਉਹਨੂੰ ਆਪਣਾ ਪਤੀ ਮੂਰਖ ਤੇ ਉਜੜ ਲੱਗਣ ਲੱਗ ਪਿਆ। ਵਾਸਤਵ ਵਿੱਚ ਉਸ ਲੜਕੇ 'ਚ ਉਹਦੀ ਕੋਈ ਦਿਲਚਸਪੀ ਨਹੀਂ ਸੀ। ਉਹਦਾ ਉਦੇਸ਼ ਆਪਣੇ ਵਿਆਹ ਨੂੰ ਸਫਲ ਬਣਾਉਣਾ ਨਹੀਂ ਸੀ, ਉਦੇਸ਼ ਮਾਪਿਆਂ ਵਿਰੁੱਧ ਬਗਾਵਤ ਕਰਨਾ ਸੀ। ਜਦੋਂ ਬਗਾਵਤ ਕਰ ਲਈ, ਮਾਪਿਆਂ ਨੂੰ ਦੁਖੀ ਹੁੰਦੇ ਵੇਖ ਲਿਆ ਤਾਂ ਵਿਆਹ 'ਚ ਦਿਲਚਸਪੀ ਮੁੱਕ ਗਈ ਤੇ ਪਛਤਾਵਾ ਪਸਰ ਗਿਆ। ਪਿਤਾ ਇਸ ਸਦਮੇ ਨਾਲ ਚੱਲ ਵਸਿਆ। ਪਤੀ ਦੀ ਮੌਤ ਦਾ ਕਾਰਨ ਬਣੀ ਧੀ ਨੂੰ ਮਾਂ ਨੇ ਆਪਣੀ ਚੇਤਨਾ ਵਿੱਚੋਂ ਮੇਟ ਦਿੱਤਾ। ਹੁਣ ਉਹ ਸੁਖਨਾ ਝੀਲ ਦੇ ਕਿਨਾਰੇ ਬੈਠ ਕੇ ਰੋਂਦੀ ਰਹਿੰਦੀ ਹੈ। ਸੁਖਨਾ ਝੀਲ ਵਿਚਲਾ ਪਾਣੀ ਪਾਣੀ ਨਹੀਂ, ਉਹਦੇ ਅਥਰੂ ਹਨ। ਧੰਨਵਾਦ। ਨੈਕਸਟ। ਸਤਯੁਗ ਦਾ ਜ਼ਮਾਨਾ ਸੀ। ਯੁਧਿਸ਼ਠਰ ਕੋਲ ਇੱਕ ਮੁਕੱਦਮਾ ਆਇਆ। ਇੱਕ ਕਿਸਾਨ ਨੇ ਆਪਣੀ ਜ਼ਮੀਨ ਕਿਸੇ ਹੋਰ ਕਿਸਾਨ ਨੂੰ ਵੇਚ ਦਿੱਤੀ ਸੀ। ਖਰੀਦਣ ਵਾਲੇ ਨੂੰ ਜ਼ਮੀਨ ਪੁੱਟਦਿਆਂ ਸੋਨੇ ਦਾ ਇੱਕ ਮਟਕਾ ਮਿਲਿਆ ਸੀ। ਖਰੀਦਣ ਵਾਲਾ ਕਹਿ ਰਿਹਾ ਸੀ ਇਹ ਮਟਕਾ ਜ਼ਮੀਨ ਵੇਚਣ ਵਾਲੇ ਕਿਸਾਨ ਦਾ ਹੈ। ਵੇਚਣ ਵਾਲਾ ਕਹਿ ਰਿਹਾ ਸੀ ਹੁਣ ਉਹ ਜ਼ਮੀਨ ਦਾ ਮਾਲਕ ਨਹੀਂ ਰਿਹਾ, ਸੋ ਮਟਕੇ ਦਾ ਵੀ ਮਾਲਕ ਨਹੀਂ ਹੋ ਸਕਦਾ, ਸੋ ਮਟਕਾ ਜ਼ਮੀਨ ਖਰੀਦਣ ਵਾਲੇ ਦਾ ਹੈ। ਦੋਵੇਂ ਆਪਣੇ ਆਪਣੇ ਧਰਮ ਦੀ ਪਾਲਣਾ ਕਰਦਿਆਂ ਦੂਜੇ ਦਾ ਹਿੱਤ ਸੋਚ ਰਹੇ ਸਨ ਤੇ ਆਪਣਾ ਹਿੱਤ ਤਿਆਗਣ ਦਾ ਆਨੰਦ ਮਾਣ ਰਹੇ ਸਨ। ਯੁਧਿਸ਼ਠਰ ਇਸ ਮੁਕੱਦਮੇ ਦਾ ਫੈਸਲਾ ਕਰਨ ਬਾਰੇ ਸੋਚ ਹੀ ਰਿਹਾ ਸੀ ਕਿ ਉਹਨੂੰ ਕੁਝ ਚਿਰ ਲਈ ਕਿਧਰੇ ਜਾਣਾ ਪੈ ਗਿਆ। ਉਹਨੇ ਦੋਵੇਂ ਕਿਸਾਨਾਂ ਨੂੰ ਉੱਥੇ ਉਡੀਕਣ ਲਈ ਕਿਹਾ। ਜਦੋਂ ਯੁਧਿਸ਼ਠਰ ਵਾਪਸ ਆਇਆ ਤਾਂ ਸਭ ਕੁਝ ਬਦਲ ਗਿਆ ਸੀ। ਦੋਵੇਂ ਕਿਸਾਨ ਆਪਣੇ ਆਪ ਨੂੰ ਮਟਕੇ ਦਾ ਮਾਲਕ ਦੱਸ ਰਹੇ ਸਨ ਤੇ ਮਟਕਾ ਲੈਣ ਲਈ ਹੱਥੋਂ ਪਾਈ ਹੋ ਰਹੇ ਸਨ। ਯੁਧਿਸ਼ਠਰ ਸਾਹਮਣੇ ਵੀ ਦੋਵੇਂ ਮਟਕੇ ਤੇ ਆਪਣਾ ਅਧਿਕਾਰ ਜਤਲਾ ਰਹੇ ਸਨ। ਯੁਧਿਸ਼ਠਰ ਨੇ ਇਸ ਤਬਦੀਲੀ ਦਾ ਕਾਰਨ ਦੱਸਦਿਆਂ ਕਿਹਾ, ਜਦੋਂ ਇਹ ਕਿਸਾਨ ਆਏ ਸਨ ਉਸ ਸਮੇਂ ਸਤਯੁਗ ਸੀ। ਦੋਵੇਂ ਇੱਕ ਦੂਜੇ ਲਈ ਮਟਕੇ ਦਾ ਤਿਆਗ ਕਰ ਰਹੇ ਸਨ। ਮੇਰੀ ਗੈਰ ਹਾਜ਼ਰੀ ਦੌਰਾਨ ਕਲਯੁਗ ਆਰੰਭ ਹੋ ਗਿਆ, ਜਿਸ ਕਾਰਨ ਹੁਣ ਦੋਵੇਂ ਮਟਕੇ ਲਈ ਝਗੜਾ ਕਰ ਰਹੇ ਸਨ। ਨੈਕਸਟ। ਵਿਦੇਸ਼ ਵਿੱਚ ਰਸਤਾ ਪੁੱਛੋਗੇ ਤਾਂ ਦੱਸਿਆ ਜਾਏਗਾ, ਸਿੱਧੇ ਜਾਓ, ਤੀਜਾ ਸੱਜਾ ਤੇ ਦੂਜਾ ਖੱਬਾ ਮੋੜ ਜਾਣਾ, 7ਵਾਂ ਘਰ ਹੈ। ਭਾਰਤ ਵਿੱਚ ਪੁੱਛੋਗੇ ਦੱਸਿਆ ਜਾਏਗਾ, ਸਾਹਮਣੇ ਮੰਦਿਰ ਹੈ, ਕਿਧਰੇ ਨਹੀਂ ਮੁੜਨਾ, ਪਿੱਪਲ ਦਾ ਦਰਖਤ ਦੱਸੇਗਾ, ਅੱਗੇ ਮੋਟੇ ਹਲਵਾਈ ਦੀ ਦੁਕਾਨ ਆਏਗੀ, ਪੁੱਛ ਲੈਣਾ, ਨਲਕੇ ਵਾਲੀ ਗਲੀ ਕਿਹੜੀ ਹੈ, ਜੋਤਸ਼ੀ ਦੇ ਘਰ ਦੇ ਨਾਲ ਵਾਲਾ 2.5 ਚੁਬਾਰਿਆਂ ਵਾਲਾ ਘਰ ਹੈ, ਰਾਮ ਪਿਆਰੀ ਘਰ ਦੇ ਬਾਹਰ ਹੀ ਚਰਖਾ ਕਾਤਰੀ ਹੋਏਗੀ। ਨੈਕਸਟ। ਇਸਤਰੀ ਮਕਾਨ ਨੂੰ ਘਰ ਬਣਾ ਦਿੰਦੀ ਹੈ, ਬੱਚੇ ਘਰ 'ਚ ਰੌਣਕਾਂ ਲਾ ਦਿੰਦੇ ਹੈ, ਪੁਸਤਕਾਂ ਘਰ ਨੂੰ ਨਿੱਘਾ ਬਣਾ ਦਿੰਦੀਆਂ ਹਨ। ਕੁਝ ਕਿਤਾਬਾਂ ਮਹਾਂਪੁਰਸ਼ਾਂ ਦੀ ਯਾਦ ਦਿਵਾਉਂਦੀਆਂ ਹਨ, ਵੱਡੇ ਪੁਰਖਿਆਂ ਬਜ਼ੁਰਗਾਂ ਵਰਗੀਆਂ ਹੁੰਦੀਆਂ ਹਨ, ਸਤਿਕਾਰ ਨਾਲ ਰੱਖੀਆਂ ਹੋਈਆਂ। ਕੁਝ ਕਿਤਾਬਾਂ ਦਾਦੇ ਦਾਦੀ ਨਾਨੇ ਨਾਨੀ ਦੀ ਗੋਦੀ ਵਰਗੀਆਂ ਹੁੰਦੀਆਂ ਹਨ, ਜਿਹੜੀਆਂ ਹਰ ਵਾਰੀ ਮੋਹ ਪਿਆਰ ਦਾ ਹੁਲਾਰਾ ਦਿੰਦੀਆਂ ਹਨ ਤੇ ਬਾਰ-ਬਾਰ ਪੜ੍ਹੀਆਂ ਜਾਂਦੀਆਂ ਹਨ। ਕੁਝ ਕਿਤਾਬਾਂ ਮਾਪਿਆਂ ਵਰਗੀਆਂ ਹੁੰਦੀਆਂ ਹਨ, ਜਿਨ੍ਹਾਂ ਨੇ ਜੀਵਨ 'ਚ ਦਿੱਤਾ ਹੁੰਦਾ ਹੈ, ਜ਼ਿੰਦਗੀ ਦੇ ਸਬਕ ਸਿਖਾਏ ਹੁੰਦੇ ਹੈ।
ਕੁਝ ਪੁਸਤਕਾਂ ਪਿਆਰੇ ਅਧਿਆਪਕਾਂ ਵਰਗੀਆਂ ਹੁੰਦੀਆਂ ਹਨ, ਜਿਹੜੀਆਂ ਰਸਤਾ ਵਿਖਾਉਂਦੀਆਂ ਹਨ ਤੇ ਮੰਜ਼ਿਲ ਵੱਲ ਸੰਕੇਤ ਕਰਦੀਆਂ ਹਨ। ਕੁਝ ਪੁਸਤਕਾਂ ਦੋਸਤਾਂ ਸਹੇਲੀਆਂ ਵਰਗੀਆਂ ਹੁੰਦੀਆਂ ਹਨ, ਜਿਨ੍ਹਾਂ ਨਾਲ ਮੌਜਾਂ ਮਾਣੀਆਂ ਹੁੰਦੀਆਂ ਹਨ, ਸ਼ਰਾਰਤਾਂ ਕੀਤੀਆਂ ਹੁੰਦੀਆਂ ਹਨ। ਕੁਝ ਕਿਤਾਬਾਂ ਪ੍ਰੇਮਿਕਾਵਾਂ ਵਰਗੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਲੁੱਕ ਕੇ ਲੁਕੋ ਕੇ ਅਨੇਕਾਂ ਵਾਰ ਪੜ੍ਹਿਆ ਹੁੰਦਾ ਹੈ। ਕੁਝ ਪੁਸਤਕਾਂ ਉਹਨਾਂ ਵਰਗੀਆਂ ਹੁੰਦੀਆਂ ਹਨ ਜਿਨ੍ਹਾਂ ਨਾਲ ਸਾਂਝ ਪਾਉਣੀ ਚਾਹੀ ਸੀ, ਪਿਆਰ ਕਰਨਾ ਚਾਹਿਆ ਸੀ, ਪਰ ਸਫਲਤਾ ਨਹੀਂ ਮਿਲੀ, ਵਕਤ ਹੀ ਨਹੀਂ ਮਿਲਿਆ। ਇਹ ਹੁੰਦੀਆਂ ਤਾਂ ਹਨ, ਪਰ ਇਹਨਾਂ ਨੂੰ ਖੋਲ੍ਹਿਆ ਹੀ ਨਹੀਂ ਗਿਆ ਹੁੰਦਾ। ਕੁਝ ਕਿਤਾਬਾਂ ਉਹ ਹੁੰਦੀਆਂ ਹਨ ਜਿਨ੍ਹਾਂ ਨੂੰ ਵੇਖਣ ਦੀ ਹੀ ਤਸੱਲੀ ਮਿਲੀ ਸੀ, ਖਰੀਦੀਆਂ ਆਪ ਹੁੰਦੀਆਂ ਹਨ, ਪਰ ਕੋਈ ਲੈ ਜਾਂਦਾ ਹੈ, ਮੁੜਦੀਆਂ ਨਹੀਂ, ਬੇਗਾਨੀਆਂ ਹੋ ਜਾਂਦੀਆਂ ਹਨ। ਮੰਗਣੀ ਸਾਡੇ ਨਾਲ ਹੁੰਦੀ, ਵਿਆਹ ਕੋਈ ਹੋਰ ਕਰਵਾ ਜਾਂਦਾ ਹੈ। ਕਈ ਪੁਸਤਕਾਂ ਪ੍ਰੇਮੀ ਪ੍ਰੇਮਿਕਾ ਵਾਂਗ ਵਿਛੜ ਜਾਂਦੀਆਂ ਹਨ, ਹਮੇਸ਼ਾ ਲਈ। ਧੰਨਵਾਦ। ਨੈਕਸਟ। ਗੱਡੀ ਦੇ ਡੱਬੇ 'ਚ ਟਿਕਟ ਚੈੱਕ ਕਰਾਇਆ। ਇੱਕ ਸੀਟ ਨੇੜੇ ਪਰਸ ਡਿੱਗਿਆ ਪਿਆ ਸੀ। ਉਹਦੇ ਨਾਲ ਦੀ ਸਵਾਰੀ ਨੂੰ ਪੁੱਛਿਆ, ਇਹ ਪਰਸ ਤੁਹਾਡਾ? ਸਾਰੀਆਂ ਸਵਾਰੀਆਂ ਵੇਖ ਰਹੀਆਂ ਸਨ। ਚੈਕਰ ਨੇ ਵੇਖਿਆ ਪਰਸ ਵਿੱਚ ਕੁਝ ਰੁਪਏ ਸਨ ਤੇ ਭਗਵਾਨ ਕ੍ਰਿਸ਼ਨ ਦੀ ਤਸਵੀਰ ਸੀ। ਚੈਕਰ ਨੇ ਪਰਸ ਵਿਖਾ ਕੇ ਉੱਚੀ ਆਵਾਜ਼ 'ਚ ਪੁੱਛਿਆ, ਇਹ ਪਰਸ ਕਿਹਦਾ ਹੈ? ਦੂਰ ਬੈਠੇ ਵੱਡੀ ਉਮਰ ਦੇ ਇੱਕ ਬੰਦੇ ਨੇ ਵੇਖਿਆ, ਆਪਣੀ ਜੇਬ ਫਰੋਲੀ, ਕਿਹਾ, ਇਹ ਮੇਰਾ ਹੈ। ਕੀ ਸਬੂਤ ਹੈ? ਸਵਾਰੀ ਨੇ ਕਿਹਾ, ਇਸ 'ਚ ਕ੍ਰਿਸ਼ਨ ਦੀ ਤਸਵੀਰ ਹੈ। ਕ੍ਰਿਸ਼ਨ ਦੀ ਤਸਵੀਰ ਕਿਉਂ ਹੈ? ਕਿਸੇ ਹੋਰ ਦੀ ਜਾਂ ਤੇਰੀ ਆਪਣੀ ਕਿਉਂ ਨਹੀਂ? ਸਵਾਰੀ ਨੇ ਕਿਹਾ, ਇਹ ਬਹੁਤ ਯਾਦਗਾਰੀ ਤਸਵੀਰ ਹੈ। ਇਹ ਪਰਸ ਮੇਰੇ ਪਿਤਾ ਨੇ ਮੈਨੂੰ ਦਿੱਤਾ ਸੀ। ਪਹਿਲਾਂ ਇਸ ਵਿੱਚ ਮੇਰੇ ਮਾਤਾ ਪਿਤਾ ਦੀ ਤਸਵੀਰ ਸੀ, ਫਿਰ ਮੈਂ ਆਪਣੀ ਰੱਖਣ ਲੱਗ ਪਿਆ, ਫਿਰ ਪ੍ਰੇਮਿਕਾ ਦੀ, ਫਿਰ ਪਤਨੀ ਦੀ, ਫਿਰ ਆਪਣੇ ਪੁੱਤਰ ਦੀ। ਮਾਤਾ ਪਿਤਾ ਚਲਾਣਾ ਕਰ ਗਏ, ਮੈਂ ਵੱਡਾ ਹੋ ਗਿਆ ਸਾਂ, ਪ੍ਰੇਮਿਕਾ ਛੱਡ ਗਈ, ਪਤਨੀ ਮਰ ਗਈ, ਪੁੱਤਰ ਆਪਣੇ ਪਰਿਵਾਰ 'ਚ ਰੁੱਝ ਗਿਆ, ਜਿਹੜੇ ਨੇੜੇ ਸਨ ਉਹ ਦੂਰ ਹੋ ਗਏ। ਫਿਰ ਮੈਂ ਕ੍ਰਿਸ਼ਨ ਦੀ ਤਸਵੀਰ ਰੱਖਣ ਲੱਗ ਪਿਆ। ਇਹ ਹਮੇਸ਼ਾ ਲਈ ਮੇਰਾ ਪੱਕਾ ਸਾਥੀ ਹੈ। ਸਾਰੀਆਂ ਸਵਾਰੀਆਂ ਸੁਣ ਰਹੀਆਂ ਸਨ। ਕੀ ਇਹ ਕ੍ਰਿਸ਼ਨ ਤੇਰਾ ਪਰਖਿਆ ਹੋਇਆ ਹੈ? ਹਾਂ, ਇਹ ਕ੍ਰਿਸ਼ਨ ਹਮੇਸ਼ਾ ਸਾਥ ਦਿੰਦਾ ਹੈ। ਇਹ ਮੇਰਾ ਪੱਕਾ ਸਾਥੀ ਹੈ। ਚੈਕਰ ਨੇ ਕਿਹਾ, ਮੈਨੂੰ ਵੀ ਇੱਕ ਪੱਕੇ ਸਾਥੀ ਦੀ ਲੋੜ ਹੈ। ਤੈਨੂੰ ਪਰਸ ਦੇ ਦਿੰਨਾ, ਤੂੰ ਕ੍ਰਿਸ਼ਨ ਦੀ ਤਸਵੀਰ ਹੋਰ ਲੈ ਕੇ ਰੱਖ ਲਈ। ਇਸ ਕ੍ਰਿਸ਼ਨ ਨੂੰ ਮੈਂ ਆਪਣੇ ਪਰਸ 'ਚ ਰੱਖ ਲੈਣਾ। ਇੱਕ ਕ੍ਰਿਸ਼ਨ ਪਰਸ ਵਿੱਚ ਸੀ। ਦੋ ਕ੍ਰਿਸ਼ਨ ਇੱਕ ਦੂਜੇ ਦੇ ਸਾਹਮਣੇ ਖਲੋਤੇ ਸਨ। ਧੰਨਵਾਦ। ਕਿਸੇ ਪਰਾਈ ਇਸਤਰੀ ਪੁਰਸ਼ ਨਾਲ। ਨੈਕਸਟ। ਓਲੰਪਿਕ ਖੇਡਾਂ ਵਿੱਚ ਸੋਨੇ ਦਾ ਤਗਮਾ ਜਿੱਤਣ ਲਈ ਕੀ ਕਰਨਾ ਪੈਂਦਾ ਹੈ? ਬਹੁਤ ਉੱਚਾ ਉਦੇਸ਼ ਮਿੱਥਣਾ ਪੈਂਦਾ ਹੈ, ਮੇਚਵੇਂ ਯਤਨ ਕਰਨੇ ਪੈਂਦੇ ਹਨ, ਨੀਂਦ ਤਿਆਗਣੀ ਪੈਂਦੀ ਹੈ, ਸਿਖਰ ਦਾ ਅਨੁਸ਼ਾਸਨ ਅਪਣਾਉਣਾ ਪੈਂਦਾ ਹੈ, 10 ਸਾਲ ਨਿਰੰਤਰ ਯਤਨ ਕਰਨਾ ਪੈਂਦਾ ਹੈ, ਸਮੇਂ ਸਿਰ ਨਪਿਆ ਤੁਲਿਆ ਭੋਜਨ ਖਾਣਾ ਪੈਂਦਾ, ਨਿਯਤ ਵਕਤ ਤੇ ਨਿਯਤ ਵਕਤ ਤੱਕ ਕਸਰਤ ਕਰਨੀ ਪੈਂਦੀ ਹੈ, ਭਾਵੇਂ ਚੰਗਾ ਲੱਗੇ ਨਾ ਲੱਗੇ, ਦਿਲ ਕਰੇ ਨਾ ਕਰੇ, ਹੋਰਾਂ ਦੇ ਜਾਗਣ ਤੋਂ ਪਹਿਲਾਂ ਜਾਗਣਾ ਪਏਗਾ। ਦਿਲ ਸੌਣ ਲਈ ਕਰ ਰਿਹਾ ਹੋਏਗਾ, ਪਰ ਸਟੇਡੀਅਮ 'ਚ ਇਕੱਲਿਆਂ ਪਹੁੰਚਣਾ ਪਏਗਾ। ਸਰਦੀ 'ਚ ਕੱਪੜੇ ਲਾਹ ਕੇ ਦੌੜਨਾ ਪਏਗਾ। ਹੋਰ ਸਾਰੀਆਂ ਦਿਲਚਸਪੀਆਂ ਤਿਆਗਣੀਆਂ ਪੈਣਗੀਆਂ। ਸ਼ਰਾਬ ਤੋਂ ਤੌਬਾ ਕਰਨੀ ਪਏਗੀ। ਆਪਣੇ ਆਪ ਨੂੰ ਕੋਚ ਦੇ ਹਵਾਲੇ ਕਰਨਾ ਪਏਗਾ। ਉਵੇਂ ਕਰਨਾ ਪਏਗਾ ਜਿਵੇਂ ਉਹ ਚਾਹੇਗਾ, ਜਿਵੇਂ ਉਹ ਕਰਨ ਲਈ ਕਹੇਗਾ। ਉਹਦੀ ਹਰ ਗੱਲ ਮੰਨਣੀ ਪਏਗੀ। ਕਦੀ ਪਿੱਠ ਦਰਦ ਕਰੇਗੀ, ਕਦੀ ਅੱਡੀ ਹਿੱਲ ਜਾਏਗੀ, ਕਦੀ ਗੁੱਟ ਦੁਖਣ ਲੱਗ ਜਾਏਗਾ, ਬੁਖਾਰ ਤਾਂ ਹੋਏਗਾ ਹੀ, ਸਿਰ ਵੀ ਦੁਖੇਗਾ, ਮਿੱਟੀ ਘੱਟਾ ਬਰਦਾਸ਼ਤ ਕਰਨਾ ਪਏਗਾ। ਇਹ ਸਭ ਕੁਝ ਕਰਨ ਤੋਂ ਮਗਰੋਂ ਬੜਾ ਹੀ ਸਖਤ ਮੁਕਾਬਲਾ ਹੋਏਗਾ, ਜਿਸ ਵਿੱਚ ਹਾਰ ਬਰਦਾਸ਼ਤ ਕਰਨ ਲਈ ਤਿਆਰ ਰਹਿਣਾ ਪਏਗਾ। ਉਪਰੋਕਤ ਸਾਰੇ ਕਾਰਜਾਂ ਦਾ 10 ਲੱਖ ਜਵਾਨ 4 ਸਾਲ ਨਿਰੰਤਰ ਕਰੜਾ ਅਭਿਆਸ ਕਰਨਗੇ, ਜਿਨ੍ਹਾਂ ਵਿੱਚੋਂ 9,90,000 ਝੜ ਜਾਣਗੇ। ਕੇਵਲ 10,000 ਖਿਡਾਰੀ ਚੁਣੇ ਜਾਣਗੇ, ਜਿਹੜੇ ਕੇਵਲ 300 ਮੈਡਲਾਂ ਲਈ ਓਲੰਪਿਕਸ ਵਿੱਚ 15 ਦਿਨ ਆਪਸ 'ਚ ਭਿੜਨਗੇ, ਜਿੱਥੇ ਹਰ ਮੁਕਾਬਲਾ ਵਿਸ਼ਵ ਪੱਧਰ ਦਾ ਹੋਏਗਾ। ਸਾਰਾ ਵਿਸ਼ਵ ਮੁਕਾਬਲੇ ਲਈ ਆਏਗਾ, ਸਾਰਾ ਵਿਸ਼ਵ ਮੁਕਾਬਲਾ ਵੇਖੇਗਾ। ਨੈਕਸਟ। ਵਿਕਾਸ ਲਈ ਮੁਸ਼ਕਲਾਂ, ਮੁਸੀਬਤਾਂ ਤੇ ਸੰਕਟ ਲਾਜ਼ਮੀ ਹੁੰਦੇ ਹਨ। ਹਨੇਰੇ ਦੇ ਸੰਕਟ ਨੇ ਦੀਵਾ ਉਪਜਾਇਆ, ਸਮੁੰਦਰਾਂ ਤੇ ਧੁੰਦ ਨੇ ਕੰਪਸ ਦੀ ਕਾਢ ਕੱਢੀ, ਭੁੱਖ ਤੇ ਉਤਸੁਕਤਾ ਨੇ ਮਨੁੱਖ ਨੂੰ ਨਵੀਆਂ ਧਰਤੀਆਂ ਲੱਭਣ ਲਈ ਪ੍ਰੇਰਿਆ, ਗਰੀਬੀ ਨੇ ਮਿਹਨਤ ਕਰਨ ਦੀ ਜਾਚ ਸਿਖਾਈ, ਇਕੱਲਤਾ ਨੇ ਪਿਆਰ ਕਰਨ ਤੇ ਪਰਿਵਾਰ 'ਚ ਰਹਿਣ ਦੀ ਲੋੜ ਉਪਜਾਈ, ਦੂਰੀਆਂ ਨੇ ਪਿੰਡ ਸ਼ਹਿਰ ਵਸਾਉਣ ਦਾ ਸੰਕਲਪ ਦਿੱਤਾ, ਅਕੇਵੇਂ ਤੇ ਥਕਾਵਟ ਨੇ ਮਨੋਰੰਜਨ ਦੇ ਸਾਧਨ ਉਪਜਾਏ, ਅਗਿਆਨਤਾ ਨੇ ਵਿਦਿਅਕ ਅਦਾਰੇ ਉਸਾਰੇ, ਔਖ ਤੇ ਕਸ਼ਟ ਨੇ ਹੀ ਵਿਗਿਆਨ ਦੇ ਨਿਰਮਾਣ ਦਾ
ਰਾਹ ਖੋਲ੍ਹਿਆ। ਨੈਕਸਟ, ਖਾਲਸੇ ਨੂੰ ਸਾਜ ਕੇ ਗੁਰੂ ਗੋਬਿੰਦ ਸਿੰਘ ਨੇ ਅਨੰਦਪੁਰ ਸਾਹਿਬ ਤੋਂ ਇੱਕ ਸੰਦੇਸ਼ ਦਿੱਤਾ। ਅੱਜ ਤੋਂ ਮੇਰੀ ਪਿਆਰੀ ਭੇਟਾ ਸੋਹਣੀ ਜਵਾਨੀ ਤੇ ਚੰਗਾ ਸ਼ਸਤਰ ਹੋਵੇਗਾ। ਮੇਰੀ ਖੁਸ਼ੀ ਲੈਣੀ ਹੈ ਤਾਂ ਕਸਰਤ ਕਰੋ, ਗੱਤਕਾ ਖੇਡੋ, ਕਮਰ ਕੱਸੇ ਕਰੋ। ਕਮਜ਼ੋਰੀ ਇੱਕ ਗੁਨਾਹ ਹੈ ਜਿਸ ਲਈ ਖਿਮਾ ਨਹੀਂ ਕੀਤਾ ਜਾ ਸਕਦਾ। ਕੌਮ ਨੂੰ, ਦੇਸ਼ ਨੂੰ ਤੁਹਾਡੀ ਜਵਾਨੀ ਦੀ ਲੋੜ ਹੈ। ਚੰਗੀ ਜਵਾਨੀ ਉਹ ਹੈ ਜੋ ਕਰਮ ਕਰਦਿਆਂ ਪ੍ਰਵਾਨ ਚੜ੍ਹੇ। ਕੌਮ ਨੂੰ ਪਵਿੱਤਰ ਹਿਰਦਿਆਂ, ਸਵੱਛ ਦਿਮਾਗਾਂ, ਬਹਾਦਰ ਇਰਾਦਿਆਂ ਤੇ ਕਿਰਤੀ ਹੱਥਾਂ ਦੀ ਉਡੀਕ ਹੈ। ਸਿਰ ਉੱਚਾ ਕਰਕੇ ਟੁਰੋ, ਭੈ ਮੁੱਕ ਜਾਏਗਾ। ਟੁਰਨ ਦਾ ਨਿਸ਼ਚਾ ਕਰੋਗੇ, ਨਿਸ਼ਾਨੇ ਜਾਗ ਪੈਣਗੇ। ਡਰ ਉੱਡ ਗਿਆ ਤਾਂ ਮੌਤ ਵੀ ਆਨੰਦ ਜਾਪੇਗੀ। ਸਿਦਕ ਤੇ ਸਿਰੜ ਦੀ ਲੋੜ ਹੈ। ਇਖਲਾਕ ਦੀ ਬੁਲੰਦੀ ਆਵਾਜ਼ਾਂ ਮਾਰ ਰਹੀ ਹੈ। ਤੁਸੀਂ ਥੋੜ੍ਹੇ ਨਹੀਂ, ਤੁਸੀਂ ਸੋਮੇ ਦੀ ਨਿਆਈ ਹੋ। ਇਕੱਠੇ ਹੋ ਕੇ ਵਗੋਗੇ ਤਾਂ ਦਰਿਆ 'ਚ ਹੜ੍ਹ ਆ ਜਾਏਗਾ। ਆਪਣੀ ਤਾਕਤ ਨੂੰ ਪਛਾਣੋ। ਇੱਕ ਨਿਮਾਣੀ ਤੀਲੀ ਜੰਗਲ ਨੂੰ ਸੁਆਹ ਬਣਾ ਦਿੰਦੀ ਹੈ। ਤੁਹਾਡੇ ਵਿੱਚ ਮਾਨਵ ਜਾਤੀ ਧੜਕਦੀ ਹੈ। ਤੱਤੀਆਂ ਤਵੀਆਂ 'ਤੇ ਬੈਠਣ ਦਾ ਤੁਹਾਨੂੰ ਅਭਿਆਸ ਹੈ। ਚਾਂਦਨੀ ਚੌਕ ਤੁਹਾਡੇ ਸਿਰਾਂ ਨਾਲ ਹੀ ਉਸਰਿਆ ਹੈ। ਢਾਡੀਓ ਤੇ ਕਵੀਓ, ਤੁਸੀਂ ਸ਼ਹੀਦਾਂ ਦੀ ਮਹਿਮਾ ਗਾਉਣੀ ਹੈ ਤਾਂ ਕਿ ਆਜ਼ਾਦ ਬੁਲਬੁਲਾਂ ਚਹਿਕ ਸਕਣ। ਕੌਮ ਨੂੰ ਟੋਇਆਂ 'ਚੋਂ ਬਾਹਰ ਕੱਢੋ। ਉਹ ਇਤਿਹਾਸ ਗਾਓ ਜਿਸ ਨਾਲ ਲੋਕ ਖੱਲਾਂ ਉਤਰਵਾਉਣ ਤੇ ਚਰਖੜੀਆਂ 'ਤੇ ਚੜ੍ਹਨ ਲਈ ਤਿਆਰ ਹੋ ਜਾਣ ਤੇ ਮਿਧਿਆ ਹੋਇਆ ਪੰਜਾਬ ਤੇ ਕੁਚਲੀ ਹੋਈ ਕੌਮ ਸਿਰ ਉੱਚਾ ਕਰਕੇ ਖਲੋ ਸਕੇ। ਤੁਹਾਡੇ ਸਾਜ਼ਾਂ ਵਿੱਚੋਂ ਵੈਣ ਨਹੀਂ, ਲਲਕਾਰਾਂ ਨਿਕਲਣੀਆਂ ਚਾਹੀਦੀਆਂ ਹਨ। ਢੋਲਕੀਆਂ ਦੀ ਥਾਂ ਨਗਾਰੇ ਸੁਣਾਈ ਦੇਣੇ ਚਾਹੀਦੇ ਹਨ। ਤੁਹਾਡੀਆਂ ਸੁਰਾਂ ਅੱਗ ਦੀਆਂ ਲਾਟਾਂ ਤੇ ਅਸਮਾਨ ਦੀਆਂ ਬਿਜਲੀਆਂ ਬਣ ਜਾਣੀਆਂ ਚਾਹੀਦੀਆਂ ਹਨ ਤਾਂ ਕਿ ਤੁਹਾਡੀਆਂ ਲੰਮੀਆਂ ਹੇਕਾਂ ਕੁਰਬਾਨੀਆਂ ਲਈ ਲੋਕਾਂ ਦੇ ਦਿਲਾਂ 'ਚ ਚਾਅ ਭਰ ਦੇਣ। ਦੁਸ਼ਮਣ ਨੇ ਸੋਚ ਕੇ, ਵਿਉਂਤ ਕੇ ਗੁੱਥੀ ਉਲਝਾਈ ਹੈ। ਉਹ ਹੱਥ ਜੋ ਕਾਤਲ ਬਣੇ ਹਨ ਉਹ ਅੱਜ ਕੱਟ ਦਿੱਤੇ ਜਾਣਗੇ। ਤੁਸੀਂ ਕੌਮ ਦੀਆਂ ਤਰਕਾਲਾਂ ਵਿੱਚ ਦੁਪਹਿਰਾਂ ਬਣ ਕੇ ਚਮਕਣਾ ਹੈ। ਧੰਨਵਾਦ। ਨੈਕਸਟ, ਚੀਨੀ ਫਿਲਾਸਫਰ ਕਨਫਿਊਸ਼ੀਅਸ ਨੂੰ ਪੁੱਛਿਆ ਗਿਆ, ਜੇ ਤੁਹਾਨੂੰ ਰਾਜ ਕਰਨ ਦੀ ਜ਼ਿੰਮੇਵਾਰੀ ਦਿੱਤੀ ਜਾਏ ਤਾਂ ਕੀ ਕਰੋਗੇ? ਕਨਫਿਊਸ਼ੀਅਸ ਨੇ ਕਿਹਾ, ਸਭ ਤੋਂ ਪਹਿਲਾਂ ਮੈਂ ਲੋਕਾਂ ਦੀ ਭਾਸ਼ਾ ਨੂੰ ਦਰੁਸਤ ਕਰਾਂਗਾ। ਇਸ ਉੱਤਰ ਨਾਲ ਸੁਣਨ ਵਾਲੇ ਹੈਰਾਨ ਹੋਏ, ਪਰ ਕਨਫਿਊਸ਼ੀਅਸ ਨੇ ਕਿਹਾ, ਜੇ ਭਾਸ਼ਾ ਸਹੀ ਨਾ ਹੋਵੇ ਤਾਂ ਸ਼ਬਦ ਸਹੀ ਅਰਥ ਨਹੀਂ ਦਿੰਦੇ। ਜੇ ਅਰਥ ਸਹੀ ਸਮਝ ਨਾ ਆਉਣ ਤਾਂ ਕਾਰਜ ਸਹੀ ਨਹੀਂ ਹੁੰਦਾ। ਜੇ ਕਾਰਜ ਸਹੀ ਨਾ ਹੋਵੇ ਤਾਂ ਸਿੱਟੇ ਨਤੀਜੇ ਸਹੀ ਨਹੀਂ ਨਿਕਲਦੇ। ਨੈਤਿਕਤਾ ਦੇ ਪੱਖੋਂ ਪਤਨ ਹੁੰਦਾ ਹੈ। ਇਨਸਾਫ ਲੜਖੜਾ ਜਾਂਦਾ ਹੈ। ਚਰਿੱਤਰ ਵਿਗੜ ਜਾਂਦਾ ਹੈ। ਗੜਬੜੀ ਮਚ ਜਾਂਦੀ ਹੈ। ਭ੍ਰਿਸ਼ਟਾਚਾਰ ਫੈਲਦਾ ਹੈ। ਲੋਕਾਂ ਨੂੰ ਸਮਝ ਹੀ ਨਹੀਂ ਪੈਂਦੀ ਕਿ ਉਹ ਕੀ ਕਰਨ, ਕੀ ਨਾ ਕਰਨ। ਇਸ ਨਾਲ ਅਰਾਜਕਤਾ ਫੈਲਦੀ ਹੈ। ਦੇਸ਼ ਗੁਲਾਮ ਹੋ ਜਾਂਦਾ ਹੈ। ਭੈੜੀ ਭਾਸ਼ਾ ਨਾ ਕੇਵਲ ਆਪਣੇ ਆਪ ਵਿੱਚ ਇੱਕ ਕੁਰੀਤੀ ਹੈ, ਇਹ ਸਾਰੀਆਂ ਰਾਜਨੀਤਿਕ ਸਮੱਸਿਆਵਾਂ ਤੇ ਆਰਥਿਕ ਸਮੱਸਿਆਵਾਂ ਦੀ ਜੜ ਵੀ ਹੈ। ਨੈਕਸਟ, ਹਰ ਕਿਸੇ ਨੂੰ ਕਿਸੇ ਨਾ ਕਿਸੇ ਕਾਰਨ ਕਰਕੇ ਆਪਣੇ ਵਿਦਿਅਕ ਸੰਸਥਾ ਵਿਰੁੱਧ ਜਾਂ ਕਿਸੇ ਅਧਿਆਪਕ ਵਿਰੁੱਧ ਕੋਈ ਨਾ ਕੋਈ ਸ਼ਿਕਾਇਤ ਹੁੰਦੀ ਹੈ। ਇੱਕ ਵਿਦਿਆਰਥੀ ਨੂੰ ਸਾਰੇ ਅਧਿਆਪਕਾਂ ਤੋਂ ਝਿੜਕਾਂ ਪਿਆ ਕਰਦੀਆਂ ਸਨ, ਜਿਸ ਕਾਰਨ ਉਹ ਬੜਾ ਕੌੜਾ ਤੇ ਸਨਕੀ ਹੋ ਗਿਆ ਸੀ। ਲਗਭਗ 20 ਸਾਲ ਮਗਰੋਂ ਉਹਨੇ ਆਪਣੇ ਪੁਰਾਣੇ ਸਕੂਲ ਦੇ ਨਵੇਂ ਪ੍ਰਿੰਸੀਪਲ ਨੂੰ ਖੱਤ ਲਿਖਿਆ ਕਿ ਮੈਂ 10 ਸਾਲ ਸਕੂਲ ਦੀ ਫੀਸ ਦਿੰਦਾ ਰਿਹਾ, ਪਰ ਸਕੂਲ ਨੇ ਮੈਨੂੰ ਕੁਝ ਨਹੀਂ ਸਿਖਾਇਆ, ਸੋ ਮੇਰੇ ਤੋਂ ਲਈ ਗਈ ਸਾਰੀ ਫੀਸ ਵਿਆਜ ਸਮੇਤ ਵਾਪਸ ਕੀਤੀ ਜਾਏ, ਨਹੀਂ ਤਾਂ ਮੈਂ ਕਾਨੂੰਨੀ ਕਾਰਵਾਈ ਕਰਾਂਗਾ। ਸਕੂਲ ਵਾਸਤੇ ਅਜੀਬ ਸਮੱਸਿਆ ਉੱਪਰ ਪਈ ਸੀ। ਕਿਸੇ ਨੇ ਪਹਿਲਾਂ ਇਸ ਪ੍ਰਸਿੱਧ ਸਕੂਲ 'ਤੇ ਅਜਿਹਾ ਦੋਸ਼ ਨਹੀਂ ਸੀ ਲਾਇਆ। ਪ੍ਰਿੰਸੀਪਲ ਨੇ ਮੀਟਿੰਗ ਬੁਲਾਈ। 2-3 ਅਧਿਆਪਕ ਉਸ ਪੁਰਾਣੇ ਵਿਦਿਆਰਥੀ ਦੇ ਵੀ ਅਧਿਆਪਕ ਰਹੇ ਸਨ, ਸੋ ਉਹਨੂੰ ਜਾਣਦੇ ਸਨ। ਉਹਨਾਂ ਨੇ ਉਹਦੀਆਂ ਕਈ ਗੱਲਾਂ ਸੁਣਾਈਆਂ, ਪਰ ਫੈਸਲਾ ਨਹੀਂ ਹੋ ਰਿਹਾ ਸੀ। ਉਹਦੇ ਨੋਟਿਸ ਵਰਗੇ ਖੱਤ ਬਾਰੇ ਕੀ ਕੀਤਾ ਜਾਏ। ਅਖੀਰ 'ਤੇ ਫੈਸਲਾ ਹੋਇਆ ਕਿ ਸਕੂਲ ਕੋਲ ਫੀਸਾਂ ਦਾ ਇੰਨਾ ਪੁਰਾਣਾ ਰਿਕਾਰਡ ਨਹੀਂ ਹੈ, ਸੋ ਉਸ ਪੁਰਾਣੇ ਵਿਦਿਆਰਥੀ ਨੂੰ ਕਿਹਾ ਜਾਏ ਕਿ ਆਪ 1 ਮਹੀਨੇ 'ਚ ਵਿਸਥਾਰ 'ਚ ਦੱਸੇ ਕਿ ਉਹਨੇ ਸਾਰੀ ਕਿੰਨੀ ਫੀਸ ਦਿੱਤੀ ਸੀ। ਉਹ ਪੁਰਾਣਾ ਵਿਦਿਆਰਥੀ 15 ਦਿਨਾਂ ਵਿੱਚ ਹੀ ਬੜੇ ਵੇਰਵਿਆਂ ਨਾਲ ਹਰੇਕ ਵਰ੍ਹੇ ਦਾ ਵੱਖਰਾ ਚਾਰਟ ਬਣਾ ਕੇ ਲੈ ਆਇਆ। ਉਹਦੇ ਹਿਸਾਬ ਕਿਤਾਬ ਦੀਆਂ ਬਰੀਕੀਆਂ ਵੇਖ ਕੇ ਪ੍ਰਿੰਸੀਪਲ ਨੇ ਉਹਨੂੰ ਕਿਹਾ, ਤੁਹਾਡਾ ਸਕੂਲ ਵੱਲੋਂ ਤੁਹਾਨੂੰ ਕੁਝ ਵੀ ਨਾ ਸਿਖਾਉਣ ਦਾ ਦੋਸ਼ ਗਲਤ ਹੈ। ਜੇ ਸਕੂਲ ਨੇ ਕੁਝ ਨਾ ਸਿਖਾਇਆ ਹੁੰਦਾ ਤਾਂ ਤੁਸੀਂ ਇੰਨਾ ਗੁੰਝਲਦਾਰ ਹਿਸਾਬ ਕਿਤਾਬ ਨਹੀਂ ਸੀ ਕਰ ਸਕਣਾ।
ਇਹ ਸਭ ਕੁਝ ਤੁਸੀਂ ਸਕੂਲ ਤੋਂ ਹੀ ਸਿੱਖਿਆ। ਇਹ ਕਹਿ ਕੇ ਪ੍ਰਿੰਸੀਪਲ ਨੇ ਉਹਦੀ ਅਰਜ਼ੀ ਖਾਰਜ ਕਰ ਦਿੱਤੀ। ਨੈਕਸਟ। ਡਾਕਟਰ ਸਾਹਿਬ, ਮੈਂ ਥੱਕਿਆ ਹੋਇਆ, ਰੋਜ਼ ਥੱਕ ਜਾਂਦਾ, ਮੈਨੂੰ ਬਹੁਤ ਕੰਮ ਹਨ, ਮੈਨੂੰ ਬਹੁਤ ਕੰਮ ਕਰਨਾ ਪੈਂਦਾ, ਜੇ ਮੈਂ ਕੰਮ ਨਾ ਕਰਾਂ ਤਾਂ ਕੰਪਨੀ 'ਚ ਕੰਮ ਹੁੰਦਾ ਹੀ ਨਹੀਂ। ਡਾਕਟਰ ਨੇ ਪੁੱਛਿਆ, ਕੀ ਤੁਹਾਡੇ ਵਾਲਾ ਕੰਮ ਕੋਈ ਹੋਰ ਨਹੀਂ ਕਰ ਸਕਦਾ? ਨਹੀਂ, ਮੈਂ ਹੀ ਕਰਨਾ ਹੁੰਦਾ, ਮੈਂ ਹੀ ਕਰ ਸਕਦਾ, ਹੋਰ ਕਿਸੇ ਨੂੰ ਕਰਨਾ ਨਹੀਂ ਆਉਂਦਾ, ਮੇਰੇ ਤੋਂ ਸਿਵਾਏ ਹੋਰ ਕੋਈ ਕਰ ਹੀ ਨਹੀਂ ਸਕਦਾ। ਡਾਕਟਰ ਨੇ ਕਿਹਾ, ਥਕਾਵਟ ਦਾ ਇਲਾਜ ਇਹ ਹੈ ਕਿ ਹਰ ਰੋਜ਼ ਸਵੇਰੇ ਸ਼ਾਮ 1 ਘੰਟਾ ਸੈਰ ਕਰਿਆ ਕਰੋ। ਜੇ ਸੈਰ ਨਹੀਂ ਕਰ ਸਕਦੇ ਤਾਂ ਹਰ ਐਤਵਾਰ ਅੱਧਾ ਦਿਨ ਕਬਰਿਸਤਾਨ 'ਚ ਗੁਜ਼ਾਰਿਆ ਕਰੋ। ਉੱਥੇ ਲੱਗੇ ਪੱਥਰਾਂ ਦੀ ਇਬਾਰਤ ਪੜ੍ਹੋ, ਹਰੇਕ ਪੱਥਰ 'ਤੇ ਜਨਮ ਤੇ ਮਰਨ ਦੀ ਮਿਤੀ ਪੜ੍ਹੋ। ਸੈਰ ਤਾਂ ਠੀਕ ਹੈ ਡਾਕਟਰ ਸਾਹਿਬ, ਪਰ ਕਬਰਿਸਤਾਨ ਕਿਸ ਲਈ ਭੇਜ ਰਹੇ ਹੋ? ਕਬਰਿਸਤਾਨ ਮੈਂ ਭੇਜ ਨਹੀਂ ਰਿਹਾ, ਤੁਸੀਂ ਆਪ ਹੀ ਜਾ ਰਹੇ ਹੋ, ਜਾਣ ਦੀ ਤਿਆਰੀ ਕਰ ਰਹੇ ਹੋ। ਮੈਂ ਤਾਂ ਤੁਹਾਨੂੰ ਕਬਰਿਸਤਾਨ ਹਰ ਐਤਵਾਰ ਅੱਧੇ ਦਿਨ ਲਈ ਜਾਣ ਵਾਸਤੇ ਕਹਿ ਰਿਹਾ, ਤਾਂ ਕਿ ਤੁਸੀਂ ਜਾਣ ਸਕੋ ਕਿ ਉੱਥੋਂ ਦੇ ਪੱਕੇ ਵਸਨੀਕ ਕੌਣ ਹਨ। ਉਹ ਵੀ ਬੜੇ ਮਹੱਤਵਪੂਰਨ ਸਨ, ਬੜੇ ਮਹੱਤਵਪੂਰਨ ਕੰਮ ਕਰਨ ਵਾਲੇ ਸਨ। ਉਹ ਵੀ ਸੋਚਦੇ ਸਨ ਕਿ ਕਈ ਕੰਮ ਸਨ ਜਿਹੜੇ ਉਹੀ ਕਰ ਸਕਦੇ ਹੈ, ਉਹਨਾਂ ਨੇ ਹੀ ਕਰਨੇ ਹੈ। ਤੁਸੀਂ ਪੱਥਰ ਪੜ੍ਹ ਕੇ ਵੇਖਣਾ, ਉਹ ਕਿੰਨੇ ਸਾਲਾਂ 'ਚ ਉੱਥੇ ਪਹੁੰਚੇ, ਜੀਵਨ ਦੇ ਕਿਹੜੇ ਪੜਾਅ 'ਚ ਪਹੁੰਚੇ। ਉਸ ਸਮੇਂ ਬਾਰੇ ਸੋਚਣਾ ਜਦੋਂ ਤੁਸੀਂ ਵੀ ਉੱਥੋਂ ਦੇ ਪੱਕੇ ਵਸਨੀਕ ਬਣ ਜਾਓਗੇ। ਜੇ ਆਪਣਾ ਕੰਮ ਕਰਨ ਲਈ ਹੋਰਾਂ ਨੂੰ ਨਹੀਂ ਦਿਓਗੇ, ਸਮਾਂ ਪਰਿਵਾਰ ਨਾਲ ਨਹੀਂ ਗੁਜ਼ਾਰੋਗੇ, ਦੋਸਤਾਂ ਮਿੱਤਰਾਂ ਨੂੰ ਨਹੀਂ ਮਿਲੋਗੇ, ਸੈਰ ਰਾਹੀਂ ਕੁਦਰਤ ਨਹੀਂ ਮਾਣੋਗੇ, ਤਾਂ ਥੋੜ੍ਹੇ ਸਮੇਂ ਵਿੱਚ ਤੁਸੀਂ ਵੀ ਕਬਰਿਸਤਾਨ ਦੇ ਪੱਕੇ ਵਸਨੀਕ ਬਣ ਜਾਓਗੇ। ਧੰਨਵਾਦ। ਨੈਕਸਟ। 18ਵੀਂ ਸਦੀ ਦੇ ਅੰਤ 'ਤੇ ਜਦੋਂ ਅਮਰੀਕਾ ਉੱਤੇ ਫਰਾਂਸ ਦੇ ਹਮਲੇ ਦਾ ਡਰ ਬਣਿਆ ਹੋਇਆ ਸੀ, ਤਾਂ ਉਸ ਸਮੇਂ ਅਮਰੀਕਾ ਦਾ ਪਹਿਲਾ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਇਕਾਂਤ ਜੀਵਨ ਜੀ ਰਿਹਾ ਸੀ। ਫਿਰ ਵੀ ਉਹਦਾ ਬੜਾ ਰੋਹਬ ਸੀ। ਉਸ ਵੇਲੇ ਦੇ ਕਾਰਜਸ਼ੀਲ ਰਾਸ਼ਟਰਪਤੀ ਐਡਮਸ ਨੇ ਜਾਰਜ ਵਾਸ਼ਿੰਗਟਨ ਨੂੰ ਲਿਖਿਆ, ਲੋੜ ਪੈਣ 'ਤੇ ਅਸੀਂ ਤੁਹਾਡਾ ਨਾਮ ਵਰਤਾਂਗੇ। ਇਵੇਂ ਕਰਨ ਨਾਲ ਸਾਡੀ ਗੱਲ ਦਾ ਵਜ਼ਨ ਤੇ ਸਾਡੀ ਫੌਜ ਦਾ ਰੋਹਬ ਵੱਧ ਜਾਏਗਾ। ਧੰਨਵਾਦ। ਨੈਕਸਟ। ਯੂਰਪ ਦੀ ਇੱਕ ਲਾਇਬ੍ਰੇਰੀ ਦੇ ਪ੍ਰਸਿੱਧ ਲਾਇਬ੍ਰੇਰੀਅਨ ਨੇ ਆਪਣਾ ਕੁੱਤਾ ਲਾਇਬ੍ਰੇਰੀ ਦੀ ਇੱਕ ਵਿਸ਼ੇਸ਼ ਸ਼ੈਲਫ ਵਿੱਚੋਂ ਇੱਕ ਵਿਸ਼ੇਸ਼ ਥਾਂ 'ਤੇ ਪਈ ਆਪਣੀ ਰੱਖੀ ਹੋਈ ਕਿਤਾਬ ਲਿਆਉਣ ਲਈ ਸਿਖਾਇਆ ਹੋਇਆ ਸੀ। ਯੂਰਪ ਦੀਆਂ ਲਾਇਬ੍ਰੇਰੀਆਂ 'ਚ ਪਾਠਕਾਂ ਦੇ ਵਿਚਾਰ ਵਟਾਂਦਰੇ ਲਈ ਇੱਕ ਥਾਂ ਹੁੰਦੀ ਹੈ, ਜਿੱਥੇ ਉਹ ਵਿਚਾਰ ਵਟਾਂਦਰਾ ਕਰਦੇ ਹਨ ਅਤੇ ਤੱਥਾਂ ਦੇ ਸਹੀ ਗਲਤ ਹੋਣ ਦਾ ਨਿਰਣਾ ਕਿਤਾਬੀ ਸਬੂਤਾਂ ਦੇ ਆਧਾਰ 'ਤੇ ਕਰਦੇ ਹਨ। ਇਹ ਲਾਇਬ੍ਰੇਰੀਅਨ ਬੜਾ ਗਿਆਨਵਾਨ ਸਮਝਿਆ ਜਾਂਦਾ ਸੀ। ਗਿਆਨ ਦੇ ਪੱਖੋਂ ਇਹਦਾ ਕੁੱਤਾ ਵੀ ਪ੍ਰਸਿੱਧ ਹੋ ਗਿਆ ਸੀ। ਜਦੋਂ ਪਾਠਕਾਂ ਵਿਚਕਾਰ ਕੋਈ ਵਿਚਾਰ ਵਟਾਂਦਰਾ ਹੁੰਦਾ ਤਾਂ ਲਾਇਬ੍ਰੇਰੀਅਨ ਹੌਲੀ ਹੌਲੀ ਘੁਮਾ ਕੇ ਗੱਲਬਾਤ ਨੂੰ ਉਸ ਦਿਨ ਉਸ ਸ਼ੈਲਫ ਵਿੱਚ ਰੱਖੀ ਕਿਤਾਬ 'ਚ ਦਰਜ ਕਿਸੇ ਤੱਥ, ਘਟਨਾ ਜਾਂ ਵਿਚਾਰ ਵੱਲ ਲੈ ਆਉਂਦਾ ਸੀ। ਜਦੋਂ ਬਹਿਸ ਭਖ ਜਾਂਦੀ ਸੀ ਤਾਂ ਉਹ ਆਪ ਹੀ ਸੁਝਾਅ ਦਿੰਦਾ ਸੀ, ਅਸੀਂ ਕਿਤਾਬ ਲਿਆ ਕੇ ਹੁਣੇ ਪੁਸ਼ਟੀ ਕਰ ਲੈਂਦੇ ਹਾਂ। ਉਹ ਆਪਣੇ ਕੁੱਤੇ ਨੂੰ ਕਹਿੰਦਾ ਸੀ, ਉਹ ਜਾ ਕੇ ਫਲਾਣੇ ਲੇਖਕ ਦੀ ਫਲਾਣੀ ਕਿਤਾਬ ਲੈ ਕੇ ਆਵੇ ਜਿਸ ਵਿੱਚ ਇਹ ਗੱਲ ਦਰਜ ਹੈ, ਅਤੇ ਕੁੱਤਾ ਪੌੜੀ ਚੜ੍ਹ ਕੇ ਸ਼ੈਲਫ 'ਚੋਂ ਉਹ ਕਿਤਾਬ ਕੱਢ ਲਿਆਉਂਦਾ ਸੀ। ਲੋਕ ਹੈਰਾਨ ਹੁੰਦੇ ਅਤੇ ਸੋਚਦੇ ਸਨ ਕਿ ਜਿਹਦਾ ਕੁੱਤਾ ਇੰਨਾ ਲਾਇਕ ਹੈ, ਉਹਦਾ ਮਾਲਕ ਕਿੰਨਾ ਵਿਦਵਾਨ ਹੋਵੇਗਾ। ਧੰਨਵਾਦ। ਐਡਮੰਡ ਹਿਲੇਰੀ ਮਾਊਂਟ ਐਵਰੈਸਟ 'ਤੇ ਪਹੁੰਚਣ ਵਾਲਾ ਪਹਿਲਾ ਮਨੁੱਖ ਸੀ। ਇਸ ਯਤਨ 'ਚ ਉਹਦੇ ਸਰੀਰ, ਮਨ, ਬੁੱਧੀ ਅਤੇ ਆਤਮਾ ਸਭਨਾਂ ਨੇ ਜਦੋਜਹਿਦ ਕੀਤੀ ਸੀ। ਮਨ, ਬੁੱਧੀ ਅਤੇ ਆਤਮਾ ਪਹਿਲਾਂ ਹੀ ਉੱਥੇ ਪਹੁੰਚੀਆਂ ਸਨ, ਸਰੀਰ ਦਾ ਪਹੁੰਚਣਾ ਬਾਕੀ ਸੀ। ਆਪਣੀ ਕਲਪਨਾ ਵਿੱਚ ਸੁੱਤਿਆਂ ਜਾਗਦਿਆਂ ਹਰ ਵੇਲੇ ਉਹ ਸਿਖਰ ਵੱਲ ਵਧ ਰਿਹਾ ਹੁੰਦਾ ਸੀ। ਨਾ ਰਸਤੇ ਦਾ ਪਤਾ ਸੀ, ਨਾ ਮੁਸ਼ਕਲਾਂ ਦਾ, ਪਰ ਉਦੇਸ਼ ਦੀ ਸੋਝੀ ਸੀ। ਹਿਲੇਰੀ ਦਾ ਸਿਖਰ 'ਤੇ ਪਹੁੰਚਣਾ ਮਨੁੱਖੀ ਨਸਲ ਲਈ ਬੜੀ ਵੱਡੀ ਪੁਲਾਂਘ ਸੀ। ਹੁਣ ਹਰ ਸਾਲ ਲਗਭਗ 500 ਵਿਅਕਤੀ ਸਿਖਰ 'ਤੇ ਅੱਪੜ ਜਾਂਦੇ ਹਨ, ਪਰ ਪ੍ਰਸਿੱਧ ਪਹਿਲ ਕਰਨ ਵਾਲੇ ਹੀ ਹੁੰਦੇ ਹਨ। ਹਿਲੇਰੀ ਨੇ ਮਾਊਂਟ ਐਵਰੈਸਟ 'ਤੇ ਪਹੁੰਚ ਕੇ ਨੀਲ ਆਰਮਸਟਰਾਂਗ ਨੂੰ ਜਗਾ ਦਿੱਤਾ ਸੀ। ਧੰਨਵਾਦ।